ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵਾਏ ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨ ਸਿੱਧ ਗੁਰ ਬਿਨ ਮੁਕਤ ਨਾ ਪਾਵੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ। ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਪਰਮ ਵਡਭਾਗੇ ਹੋ। ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਮਹਾਨ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਆਪ ਜੀ ਦਰਸ਼ਨ ਪਰਸਦਿਆਂ ਹੋਇਆਂ ਜੁਗੋ ਜੁਗ ਅਟਾਲ ਸ਼ਬਦ ਗੁਰੂ ਚਵਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸੋ ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਧੁਰ ਕੇ ਅਕਾਲੀ ਬਾਣੀ ਦੇ ਮਨੋਹਰ ਕੀਰਤਨ ਦਾ ਆਨੰਦ ਮਾਣ ਰਹੀ ਸੀ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹੈ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸੋ ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ। ਲੜੀਵਾਰ ਗੁਰ ਸ਼ਬਦ ਵਿਚਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ, ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਉਚਾਰੀ ਹੋਈ ਪਵਿੱਤਰ ਬਾਣੀ 12 ਮਾਹਾਂ ਦਾ ਅਖੀਰਲਾ ਅੰਕ, ਅਖੀਰਲੀ ਪੌੜੀ। ਆਪ ਜੀ ਨੇ ਪਾਵਨ ਸਥਾਨ ਦੇ ਹੈਡਕੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਪਾਸੋਂ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਨਾਲ ਤੁਰਕੀ ਅਕਾਲੀ ਬਾਣੀ ਦੇ ਇਸ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਉਹਨਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੇ ਜੀਵਨ ਦਾ ਆਧਾਰ ਬਾਣੀ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹੈ, ਮੈਂ ਗੁਰਬਾਣੀ ਆਧਾਰ ਹੈ।
ਗੁਰਬਾਣੀ ਲਾਗ ਰਹਾਉ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਬਾਣੀ ਨੇ ਹੀ ਸਾਡੇ ਜੀਵਨ ਦਾ ਪਾਰ ਉਤਾਰਾ ਕਰਨਾ ਹੈ। ਅਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹੈ ਕਿ ਜਦੋਂ ਬਾਣੀ ਸਾਡੇ ਜੀਵਨ ਦੇ ਵਿੱਚੋਂ ਵਿਸਰ ਜਾਂਦੀ ਹੈ, ਅਸੀਂ ਬਾਣੀ ਨੂੰ ਭੁੱਲ ਬੈਠਦੇ ਹਾਂ, ਵਿਸਾਰ ਦਿੰਦੇ ਹਾਂ, ਤਾਂ ਉਦੋਂ ਸਾਡਾ ਜੀਵਨ ਕਲਪਦਾ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੈਕਾਰ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਹੁਣ ਇਹ ਬਾਣੀ ਜੀਵਨ ਦਾ ਆਧਾਰ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਅਪਾਰ ਬਖਸ਼ਿਸ਼ ਰਹਿਮਤ ਕੀਤੀ। ਬੇਅੰਤ ਬਾਣੀ ਦਾ ਖਜ਼ਾਨਾ ਉਹਨਾਂ ਨੇ ਆਪਣੇ ਸਮੇਂ 'ਤੇ ਹੀ ਸਾਂਭ ਲਿਆ। ਭਾਵ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹਨਾਂ ਨੂੰ ਜੋ ਪਾਵਨ ਗੁਰਤਾ ਗੱਦੀ ਹੈ, ਉਹ 1708 ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਅਤੇ ਬਚਨ ਕੀਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਤਕਰੀਬਨ 107 ਸਾਲ ਪਹਿਲਾਂ ਇਸ ਮਹਾਨ ਬਾਣੀ ਦੀ ਸੰਭਾਲ ਕੀਤੀ। ਭਾਵ ਕਿ ਬੇਅੰਤ ਮਹਾਂਪੁਰਖਾਂ ਦੀ ਬਾਣੀ, ਗੁਰੂ ਸਾਹਿਬਾਨ ਦੀ ਬਾਣੀ, ਭਗਤਾਂ ਭੱਟਾਂ ਦੀ ਬਾਣੀ। ਕਿਉਂਕਿ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰ ਲਿਆ ਸੀ ਕਿ ਸਿੱਖ ਦੇ ਜੀਵਨ ਦਾ ਆਧਾਰ ਬਾਣੀ ਹੈ, ਅਤੇ ਬਾਣੀ ਦੇ ਵਿੱਚ ਅਨੇਕਾਂ ਗੁਰੂ ਕੇ ਵਿਰੋਧੀ ਮਿਲਾਵਟ ਕਰਨ ਦੀ ਯਤਨ ਕਰ ਰਹੇ ਹੈ, ਰਲਾ ਪਾਉਣ ਦਾ ਯਤਨ ਕਰ ਰਹੇ ਹੈ। ਜਿਵੇਂ ਕਿ ਇਸ਼ਾਰਾ ਤੀਸਰੇ ਪਾਤਸ਼ਾਹ ਮਹਾਰਾਜ ਨੇ ਦੇ ਦਿੱਤਾ ਸੀ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸੋ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਤੁਰਕੀ ਅਕਾਲੀ ਬਾਣੀ ਦੀ ਸੰਪਾਦਨਾ ਕੀਤੀ, ਸਾਰੀ ਬਾਣੀ ਨੂੰ ਪੋਥੀਆਂ ਦੇ ਵਿੱਚੋਂ, ਗੁਟਕਿਆਂ ਦੇ ਵਿੱਚੋਂ ਇਕੱਤਰ ਕਰਕੇ ਇੱਕ ਮਹਾਨ ਗ੍ਰੰਥ ਵਿੱਚ ਰਚਨਾ ਕੀਤੀ, ਉਤਾਰਾ ਕੀਤਾ। ਇਹ ਕੋਈ ਛੋਟਾ ਕਾਰਜ ਨਹੀਂ। ਬੇਸ਼ੱਕ ਸਾਰੀ ਬਾਣੀ ਸਤਿਗੁਰਾਂ ਦੇ ਪਾਸ ਮੌਜੂਦ ਸੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅਤੇ ਕੁਝ ਹੋਰ ਗੁਰਸਿੱਖਾਂ ਦੇ ਨੇ ਇਸ ਬਾਣੀ ਨੂੰ ਇੱਕ ਮਹਾਨ ਗ੍ਰੰਥ ਵਿੱਚ ਲਿਖ ਦੇਣਾ ਸੀ। ਪਰ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੀ ਮਹਾਨਤਾ ਨੂੰ ਜਾਣਦਿਆਂ ਪੂਰੇ 3 ਸਾਲ ਲੱਗੇ ਹੈ। 1601 ਵਿੱਚ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਲਿਖਾਉਣੀ ਆਰੰਭ ਕੀਤੀ ਅਤੇ 1604 ਦੇ ਵਿੱਚ ਸੰਪੂਰਨਤਾ ਹੋਈ। ਅਤੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਇੱਕ ਸ਼ਬਦ, ਇੱਕ ਇੱਕ ਬੰਦ ਵਿਚਾਰੇ ਹੈ। ਅਤੇ ਉਦੋਂ ਵੀ ਅਨੇਕਾਂ ਆਪਣੇ ਆਪ ਨੂੰ ਭਗਤ ਅਖਾਉਣ ਵਾਲੇ, ਆਪਣੇ ਆਪ ਨੂੰ ਰੱਬ ਦੇ ਨਾਲ ਜੁੜੇ ਅਖਾਉਣ ਵਾਲੇ, ਉਹ ਵੀ ਆਪਣੀਆਂ ਰਚਨਾਵਾਂ ਲੈ ਕੇ ਆਏ ਸੀ। ਪਰ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਹੀ ਸ਼ਾਮਲ ਕੀਤੀ, ਜਿਹੜੀ ਬਾਣੀ ਦਾ ਆਸ਼ਾ
ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਸਿਧਾਂਤ ਦੇ ਨਾਲ ਮੇਲ ਖਾਂਦਾ ਸੀ। ਅਤੇ ਜਿੱਥੇ ਜਿੱਥੇ ਭਗਤਾਂ ਦੀ ਬਾਣੀ ਜਾਂ ਜਿਹੜੀ ਬਾਣੀ ਕਠਿਨ ਲੱਗਦੀ ਸੀ ਕਿ ਸਮਝ ਆਉਣ ਵਾਲੀ ਨਹੀਂ ਹੈ, ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਨਾਲ ਕੋਈ ਨਾ ਕੋਈ ਹੋਰ ਸ਼ਲੋਕ ਨਾਲ ਲਿਖ ਕੇ ਉਸ ਪਵਿੱਤਰ ਬਾਣੀ ਦੇ ਪਹਿਲੇ ਸ਼ਬਦ ਨੂੰ, ਪਹਿਲੇ ਸ਼ਲੋਕ ਨੂੰ ਬਿਲਕੁਲ ਸੰਗਤਾਂ ਦੇ ਸਾਹਮਣੇ ਪ੍ਰਗਟ ਕਰਕੇ ਰੱਖ ਦਿੱਤਾ। ਸੋ ਜਿੰਨੀ ਲੋੜ ਹੈ ਬਾਣੀ ਨੂੰ ਸੰਭਾਲਣ ਦੀ, ਬਾਣੀ ਦਾ ਸਨਮਾਨ ਸਤਿਕਾਰ ਕਰਨ ਦੀ, ਇਹ ਬਾਣੀ ਹੀ ਸਾਡੇ ਜੀਵਨ ਦਾ ਆਧਾਰ ਹੈ। ਜਿਵੇਂ ਮੱਛੀ ਦੇ ਜੀਵਨ ਦਾ ਆਧਾਰ ਪਾਣੀ ਹੈ, ਮੱਛੀ ਤੋਂ ਬਿਨਾਂ ਪਾਣੀ ਤੋਂ ਬਿਨਾਂ ਮੱਛੀ ਜੀਵਤ ਨਹੀਂ ਰਹਿ ਸਕਦੀ, ਤੇ ਸਿੱਖ ਵੀ ਬਾਣੀ ਤੋਂ ਬਿਨਾਂ ਕਿਸ ਤਰ੍ਹਾਂ ਜੀਵਤ ਰਹਿ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਕਿਰਪਾ ਕੀਤੀ, ਰਹਿਮਤ ਕੀਤੀ। ਬੜਾ ਵੱਡਾ ਇਹ ਤੁਰਕੀ ਅਕਾਲੀ ਬਾਣੀ ਦਾ ਮਹਾਨ ਖਜ਼ਾਨਾ, ਨਹੀਂ ਤਾਂ ਤੁਰਕੀ ਅਕਾਲੀ ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਸਾਡੇ ਜੀਵਨ ਦੇ ਪਾਰ ਉਤਾਰੇ ਦੀ ਸਮਰੱਥਾ ਰੱਖਦਾ ਹੈ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਤੇ ਪੁਰਾਤਨ ਗੁਰਸਿੱਖਾਂ ਦੇ ਜੀਵਨ ਵੱਲ ਦੇਖੀਏ ਤਾਂ ਅਨੇਕਾਂ ਘਟਨਾਵਾਂ ਮਿਲਦੀਆਂ ਕਿ ਉਹਨਾਂ ਨੇ ਇੱਕ ਇੱਕ ਸ਼ਬਦ ਸੁਣਿਆ ਤੇ ਉਹਨਾਂ ਦੇ ਜੀਵਨ ਦਾ ਪਾਰ ਉਤਾਰਾ ਹੋ ਗਿਆ। ਤਲੰਬੇ ਦੀ ਧਰਤੀ 'ਤੇ ਰਹਿਣ ਵਾਲਾ ਸੱਜਣ ਠੱਗ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸੋਹੀ ਰਾਗ ਦਾ ਇੱਕੋ ਸ਼ਬਦ ਸੁਣਿਆ ਸੀ, ਉਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵੈ ਤਿਸ। ਤਾਂ ਉਹ ਸੱਜਣ ਠੱਗ ਉਸ ਨੂੰ ਆਪਣੇ ਜਿਹੜੇ ਅੰਦਰ ਦੇ ਔਗਣ ਸੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਬਿਲਕੁਲ ਬਾਹਰ ਕੱਢ ਕੇ ਰੱਖ ਦਿੱਤੇ, ਤੇ ਉਹਨੇ ਔਗਣਾਂ ਦਾ ਤਿਆਗ ਕਰਕੇ ਸਤਿਗੁਰਾਂ ਦੇ ਸਾਹਮਣੇ ਸੀਸ ਝੁਕਾ ਦਿੱਤਾ। ਹੁਣ ਦੂਸਰੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਉਹਨਾਂ ਨੇ ਭਾਈ ਜੋਧ ਜੀ ਪਾਸੋਂ ਬਾਣੀ ਸੁਣੀ, ਅਤੇ ਫਿਰ ਉਹ ਦੂਸਰੇ ਦਰ ਛੱਡ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਗਈ। ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਬੀਬੀ ਅਮਰੋ ਜੀ ਪਾਸੋਂ ਬਾਣੀ ਸੁਣੀ, ਤਾਂ ਇੱਕ ਦੋ ਸ਼ਬਦ ਸੁਣਨ ਤੋਂ ਬਾਅਦ ਹੀ ਉਹ ਸਤਿਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਗਏ। ਭਾਵ ਕਿ ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਸਾਡੇ ਜੀਵਨ ਦੇ ਪਾਰ ਉਤਾਰੇ ਦੀ ਸਮਰੱਥਾ ਰੱਖਦਾ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਬਾਣੀ, ਅੱਜ ਦੇ ਹਿਸਾਬ ਦੇ ਨਾਲ 1430 ਅੰਗ, ਬੜਾ ਵੱਡਾ ਖਜ਼ਾਨਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਬਖਸ਼ਿਸ਼ ਕੀਤਾ ਹੈ। ਅਤੇ ਇਹਦੇ ਵਿੱਚ ਅਨੇਕਾਂ ਤਸ਼ਬੀਹਾਂ, ਅਨੇਕਾਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਗਿਆ ਕਿ ਪਤਾ ਨਹੀਂ ਕਿਹੜੀ ਤਸ਼ਬੀਹ, ਕਿਹੜੀ ਉਦਾਹਰਨ, ਕਿਹੜਾ ਸ਼ਬਦ ਕਿਹੜੇ ਵੇਲੇ ਸਾਡੇ ਮਨ 'ਤੇ ਅਸਰ ਕਰ ਜਾਵੇ, ਕਿਉਂਕਿ ਗਿਆਨ ਦੇ ਨਾਲ ਇਸ ਮਨ ਨੇ ਸਮਝਣਾ ਜਿੰਨੀ ਦੇਰ ਤੱਕ ਮਨ ਨੂੰ ਗਿਆਨ ਨਹੀਂ ਆਉਂਦਾ। ਜਿਵੇਂ ਤੁਰਕੀ ਅਕਾਲੀ ਬਾਣੀ ਵਿੱਚ ਬਚਨ ਆਉਂਦਾ ਹੈ, ਤੁਰਕ ਤਰੀਕਤ ਜਾਣੀਐ ਹਿੰਦੂ ਵੇਦ ਪੁਰਾਣ, ਮਨ ਸਮਝਾਵਣ ਕਾਰਨੇ ਕਛੁਅਕ ਪੜੀਐ ਵਿਗਿਆਨ। ਕਿ ਜੇ ਮੁਸਲਮਾਨ ਉਹ ਸ਼ਰੀਅਤ ਵਿੱਚ ਉਲਝਾ ਰਹੇਗਾ, ਉਸ ਤੋਂ ਅੱਗੇ ਨਾ ਲੰਘਿਆ ਤਰੀਕ ਤੱਕ ਨਹੀਂ ਆਏਗਾ, ਤਾਂ ਉਹਦੀ ਜੋ ਹਕੀਕਤ ਤੱਕ ਦੀ ਮੰਜ਼ਿਲ ਹੈ ਉਹ ਉੱਥੇ ਕਿਵੇਂ ਪਹੁੰਚੇਗਾ। ਅਤੇ ਜੇ ਹਿੰਦੂ ਵੀਰ ਆਪਣੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਨਾ ਕਰਨਗੇ ਤਾਂ ਉਹਨਾਂ ਨੂੰ ਆਪਣੇ ਧਰਮ ਦੀ ਸੋਝੀ ਕਿਵੇਂ ਆਏਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਰਹਿਮਤ ਕੀਤੀ ਕਿ ਜੋ ਗਿਆਨ ਦਾ ਖਜ਼ਾਨਾ ਹੈ ਨਾ, ਗਿਆਨ ਦਾ ਖਜ਼ਾਨਾ ਜੋ ਮਨ ਵਿੱਚ ਵਸਦਾ ਹੈ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਬਚਨ ਕੀਤਾ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਸੋ ਵਿਚਾਰਾਂ ਨੂੰ ਨੇੜੇ ਲੈ ਕੇ ਆਈਏ। ਆਪ ਜੀ ਪਿਛਲੇ ਦਿਨਾਂ ਤੋਂ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਉਚਾਰੀ ਹੋਈ ਬਾਣੀ 12 ਮਾਹਾਂ, ਉਹਦਾ ਆਪ
ਪਿਛਲੇ ਦਿਨਾਂ ਤੋਂ ਵਿਆਖਿਆ ਭਾਵ ਸਰਵਣ ਕਰ ਰਹੀ ਸੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 2 12ਮਾਹ ਹੈ। ਇੱਕ 12ਮਾਹ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਅਤੇ ਦੂਸਰਾ 12ਮਾਹ ਮਾਝ ਰਾਗ ਦੇ ਵਿੱਚ ਜੋ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ ਹੈ। ਭਾਵੇਂ ਕਿ ਦੋਨੋਂ 12ਮਾਹ ਬਿਲਕੁਲ ਭਾਵ ਮਿਲਦਾ ਜੁਲਦਾ। ਜੇ ਉਧਰ ਸਾਵਣ ਸਰਸੀ ਕਾਮਣੀ ਤਾਂ ਸਾਵਣ ਸਰਸ ਮਣਾ, ਭਾਦੋਏ ਭਰਮ ਭੁੱਲੀ ਭਾਦੋਏ ਭਰਮ ਭੁਲਾਣੀਆਂ, ਭਾਵ ਕਿ ਮਿਲਦਾ ਜੁਲਦਾ ਹੈ। ਭਾਵ ਅੰਤਰੀ ਭਾਵ ਅਤੇ ਤਕਰੀਬਨ ਅੱਖਰੀ ਭਾਵ ਵੀ ਦੋਨਾਂ ਜੋ 12ਮਾਹ ਦੇ ਹੈ ਮਿਲਦੇ ਜੁਲਦੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਰਹਿਮਤ ਕੀਤੀ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਸਲ ਵਿੱਚ 12ਮਾਹ ਭਾਵੇਂ ਕਿ ਪੁਰਾਤਨ ਕਾਵੇ ਦਾ ਇੱਕ ਰੂਪ ਸੀ। ਪੁਰਾਤਨ ਸਮੇਂ ਇਹ ਕਾਵੇ ਦੇ ਵਿੱਚ ਵੱਖਰੇ ਵੱਖਰੇ ਜਿਵੇਂ ਚੌਪੀਆਂ ਦੋਹਰੇ ਹੈ, 12ਮਾਹ ਹੈ, ਥਿੱਤੀਆਂ ਹੈ, ਸੋ ਅਨੇਕਾਂ ਤਰੀਕਿਆਂ ਦੇ ਨਾਲ ਇਹ ਰਚਨਾ ਕੀਤੀ ਜਾਂਦੀ ਸੀ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਤਸ਼ਬੀਹਾਂ ਉਦਾਹਰਨਾਂ ਦੇ ਕੇ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਕੱਲੀਆਂ ਉਦਾਹਰਨਾਂ ਮਹੀਨਿਆਂ ਦੀਆਂ ਨਹੀਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਹਰ ਸਮੇਂ ਦੀ ਉਦਾਹਰਨ ਦਿੱਤੀ ਹੈ। ਘੜੀਆਂ ਦੀ, ਪਹਿਰਾਂ ਦੀ, ਦਿਨਾਂ ਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਤਿਥੀਆਂ ਦੀ, ਤਰੀਕਾਂ ਦੀਆਂ ਉਦਾਹਰਨਾਂ ਦੇ ਦੇ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਮਝਾਇਆ ਹੈ। ਸਤਿਗੁਰੂ ਜੀ ਰਹਿਮਤ ਕਰਦੇ ਹੈ, ਸੋਮਵਾਰ ਸਸ ਅੰਮ੍ਰਿਤ ਝਰੈ, ਮੰਗਲਵਾਰ ਲੈ ਮਹੀਤ, ਬੁੱਧਵਾਰ ਬੁੱਧ ਕਰੈ ਪ੍ਰਗਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਰੋਜ਼ਾਨਾ ਹੀ ਸਮਝਾ ਰਹੇ ਹੈ। ਅਤੇ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12ਮਾਹ ਦੀ ਬਾਣੀ ਜੋ ਮੂਲ ਰੂਪ ਦੇ ਵਿੱਚ ਸਿੱਖ ਦੇ, ਸੇਵਕ ਦੇ, ਜਗਿਆਸੂ ਦੇ ਜੋ ਜੀਵਨ ਦਾ ਆਧਾਰ ਹੈ, ਜੀਵਨ ਦਾ ਜੋ ਮਨੋਰਥ ਹੈ ਨਾ, ਅਤੇ ਜੀਵਨ ਦੇ ਮਨੋਰਥ ਨੂੰ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬੜੇ ਹੀ ਪਿਆਰ ਦੇ ਨਾਲ, ਬੜੇ ਵਿਸਥਾਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਰੰਭ ਕੀਤਾ, ਸਾਨੂੰ ਚੇਤਾ ਕਰਾਇਆ ਹੈ ਕਿ ਇਹ ਇਨਸਾਨ, ਇਹ ਭਾਈ ਬੰਦਿਆ, ਤੂੰ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ ਅਤੇ ਉਸੇ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਲ ਤੂੰ ਮਿਲਣਾ ਹੈ ਅਤੇ ਤੇਰਾ ਜੀਵਨ ਬੀਤਦਾ ਜਾ ਰਿਹਾ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਵਿਛੋੜੇ ਤੋਂ ਬਿਨਾਂ, ਉਸ ਪ੍ਰਭੂ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਤੇਰੇ ਜੀਵਨ ਦੇ ਵਿੱਚ ਭਟਕਣਾ ਹੀ ਭਟਕਣਾ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਦਾਹਰਨ ਦਿੱਤੀ ਹੈ ਕਿ ਜਿਨ ਜਿਨ ਨਾਮ 'ਤੇ ਆਇਆ ਅਤੇ ਆਪਾਂ ਆਉਣਾ ਹੈ। ਆਰੰਭਤਾ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ਼ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ, ਧੇਂਦੂ ਦੈ ਤੇ ਬਾਹਰੀ। ਸਤਿਗੁਰੂ ਜੀ ਉਦਾਹਰਨ ਦੇ ਰਹੇ ਹੈ ਕਿ ਨਾਮ ਤੋਂ ਬਿਨਾਂ ਸਾਡੇ ਜੀਵਨ ਦਾ ਪਾਰ ਉਤਾਰਾ ਕਿਵੇਂ। ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜੇ ਹਾਂ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਸਾਡੇ ਜੀਵਨ ਦੇ ਵਿੱਚ ਪਵਿੱਤਰਤਾ ਚਾਹੀਦੀ ਹੈ। ਜਿੰਨਾ ਸਾਡਾ ਜੀਵਨ ਪਵਿੱਤਰ ਹੋਏਗਾ ਓਨਾ ਹੀ ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨੇੜੇ ਹੋਵਾਂਗੇ। ਜਿੰਨੀ ਸਾਡੇ ਜੀਵਨ ਦੇ ਵਿੱਚ ਪਵਿੱਤਰਤਾ, ਕਿਉਂਕਿ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਆਪ ਪਵਿੱਤਰ ਹੈ। ਅੱਲਾ ਪਾਕੰ ਪਾਕ ਹੈ, ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਅਤ ਪਵਿੱਤਰ ਹੈ। ਅਤੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਸ਼ਾਰਾ ਦਿੱਤਾ ਹੈ ਜਪਜੀ ਸਾਹਿਬ ਦੀ ਬਾਣੀ ਦੇ ਅਖੀਰ ਤੇ ਸ਼ਲੋਕ ਦੇ ਵਿੱਚ ਕਿ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਕਿ ਅਸੀਂ ਆਪਣੀ ਕਰਨੀ ਦੇ ਮੁਤਾਬਕ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਨੇੜੇ ਜਾਂ ਦੂਰ ਹਾਂ। ਭਾਵ ਕਿ ਜਿਵੇਂ ਜਿਵੇਂ ਸਾਡੀ ਕਰਨੀ ਚੰਗੀ ਹੁੰਦੀ ਜਾਂਦੀ ਹੈ, ਜਿਵੇਂ ਜਿਵੇਂ ਸਾਡਾ ਇਹ ਮਨ ਪਵਿੱਤਰ ਹੁੰਦਾ ਜਾਂਦਾ ਹੈ, ਜਿਵੇਂ ਜਿਵੇਂ ਸਾਡੀ ਇਹ ਆਤਮਾ ਨਿਰਮਲ ਹੁੰਦੀ ਜਾਂਦੀ ਹੈ, ਅਸੀਂ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨੇੜੇ ਜਾਂਦੇ ਹਾਂ। ਜਿਵੇਂ ਜਿਵੇਂ ਆਤਮਾ ਦੇ ਵਿੱਚ ਮਲੀਨਤਾ, ਜਿਵੇਂ ਜਿਵੇਂ ਇਹ ਮਨ ਮੈਲਾ ਹੁੰਦਾ ਜਾਂਦਾ ਹੈ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਅਸੀਂ ਦੂਰ ਹੁੰਦੇ ਜਾਂਦੇ ਹਾਂ। ਸੋ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ। ਸਤਿਗੁਰੂ ਸਮਝਾ ਰਹੇ ਹੈ ਕਿ ਇਹ ਭਾਈ, ਨਾਮ ਤੋਂ ਬਿਨਾਂ ਸਾਡਾ ਜੀਵਨ ਕਿਹੜੇ ਅਰਥ। ਕਿ ਜਿਸ ਤਰ੍ਹਾਂ ਜੇ ਗਊ ਦੁੱਧ ਨਾ ਦੇਵੇ ਤਾਂ ਫਿਰ ਉਹ ਗਊ ਕਿਹੜੇ ਕੰਮ, ਉਸ ਦੀ ਸਾਂਭ ਸੰਭਾਲ ਨਹੀਂ ਹੁੰਦੀ। ਅਤੇ ਜਿਵੇਂ ਗਊ ਦੀ ਬੇਕਦਰੀ ਹੁੰਦੀ ਹੈ ਦੁੱਧ ਤੋਂ ਬਿਨਾਂ, ਅਤੇ ਪਾਣੀ ਤੋਂ ਬਿਨਾਂ, ਵਰਖਾ ਤੋਂ ਬਿਨਾਂ ਖੇਤੀ ਕਿਹੜੇ ਕਾਰਜ, ਭਾਵ ਖੇਤੀ ਤੋਂ ਲਾਹਾ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਹ ਉਦਾਹਰਨਾਂ ਦੇ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਹਰ ਨਾਹ ਨਾ ਮਿਲੀਐ ਸਾਜਨਾ ਕਤ ਪਾਈਐ ਵਿਸ਼ਰਾਮ। ਸਾਡੇ ਜੀਵਨ ਦੇ ਵਿੱਚ ਸਹਿਜ ਕਿਵੇਂ ਆਵੇ, ਟਿਕਾਓ ਸਾਡੇ ਜੀਵਨ ਦੇ ਵਿੱਚ ਕਿਵੇਂ ਆਵੇ। ਸਾਡੇ ਜੀਵਨ ਦੇ ਵਿੱਚ ਜੇ ਆਨੰਦ ਆਉਣਾ ਹੈ ਤਾਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12ਵਾਂ ਦੀ ਰਮਤਾ ਦੇ ਵਿੱਚ ਜਿੱਥੇ ਸਾਨੂੰ ਸਮਝਾਇਆ ਹੈ ਕਿ ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜੇ ਹਾਂ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਹੈ। ਮਨੁੱਖਾ ਜਨਮ ਦਾ ਇਹੋ ਮਨੋਰਥ ਹੈ। ਅਤੇ ਜਿਵੇਂ ਜਿਵੇਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਾਂਗੇ ਸਾਡੇ ਜੀਵਨ ਦੇ ਵਿੱਚ ਆਨੰਦ ਆਉਣਾ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੋ ਚੇਤ ਦਾ ਮਹੀਨਾ 12 ਮਾਹ ਦੇ ਵਿੱਚ ਪਹਿਲਾ ਅੰਕ ਹੈ, ਪਹਿਲਾ ਜੋ ਮਹੀਨਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਨੰਦ ਦੀ ਗੱਲ ਕੀਤੀ ਹੈ ਕਿ ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਘਣਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਫਿਰ ਅਖੀਰ 'ਤੇ ਫੱਗਣ ਦੇ ਵਿੱਚ ਜਾ ਕੇ ਵੀ ਆਨੰਦ ਦੀ ਗੱਲ ਕੀਤੀ ਹੈ। ਫਲਗੁਣ ਆਨੰਦ ਅਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਭਾਵ ਕਿ ਪੂਰਾ ਸਾਲ 12 ਮਹੀਨਿਆਂ ਦਾ ਵੇਰਵਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦੇ ਕੇ ਆਨੰਦ ਤੋਂ ਗੱਲ ਸ਼ੁਰੂ ਕੀਤੀ ਹੈ ਕਿ ਜੀਵਨ ਦੇ ਵਿੱਚ ਆਨੰਦ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਆਉਣਾ ਹੈ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਿਵੇਂ ਜਿਵੇਂ ਸਾਡੇ ਮਨ ਵਿੱਚ ਵਸਦਾ ਜਾਂਦਾ ਹੈ ਅਤੇ ਮਨ ਪਵਿੱਤਰ ਹੁੰਦਾ ਜਾਂਦਾ ਹੈ ਅਤੇ ਮਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਕਰੀਬਨ ਅਨੇਕਾਂ ਉਦਾਹਰਨਾਂ ਦੇ ਕੇ 12 ਮਾਹਾਂ ਦੇ ਵਿੱਚ ਵਿਛੋੜੇ ਦਾ ਅਹਿਸਾਸ ਸਾਨੂੰ ਦੱਸ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰੇਮ ਦੀ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਰ ਦਿੱਤੀ ਹੈ। ਵਿਕਾਰਾਂ ਦੀ ਗੱਲ 12 ਮਾਹ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਰ ਦਿੱਤੀ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਿਆਰ ਵਾਲੀ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਰ ਦਿੱਤੀ ਹੈ। ਦੁਬਿਧਾ ਵਾਲੀ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਰ ਦਿੱਤੀ ਹੈ। ਭਰਮ ਭੁਲੇਖਿਆਂ ਵਾਲੀ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹ ਦੇ ਵਿੱਚ ਕਰ ਦਿੱਤੀ ਹੈ ਕਿ ਇਹ ਮਨੁੱਖ ਆਪਣੇ ਜੀਵਨ ਦੇ ਵਿੱਚ ਭਟਕਦਾ ਰਹਿੰਦਾ ਹੈ। ਗਰਮੀ ਦੀ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਰ ਦਿੱਤੀ ਹੈ। ਸਰਦੀ ਦੀ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹ ਦੇ ਵਿੱਚ ਸਾਨੂੰ ਕਰ ਦਿੱਤੀ ਹੈ। ਭਾਵ ਕਿ ਸਮਾਂ ਕਿਸੇ ਤਰ੍ਹਾਂ ਦਾ ਹੋਵੇ, ਹਾਲਾਤ ਕਿਸੇ ਤਰ੍ਹਾਂ ਦੇ ਹੋਣ ਸੰਸਾਰਕ, ਪਰ ਮਨੁੱਖ ਨੇ ਗੁਰੂ ਦਾ ਦਰ ਨਹੀਂ ਛੱਡਣਾ, ਬਾਣੀ ਦਾ ਓਟ ਆਸਰਾ ਸਿੱਖ ਨੇ ਨਹੀਂ ਛੱਡਣਾ। ਹਰ ਸਮੇਂ ਭਾਵੇਂ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਭਾਵੇਂ ਅੱਤ ਦੀ ਸਰਦੀ ਪੈ ਰਹੀ ਹੈ ਅਤੇ ਭਾਵੇਂ ਸੁਹਾਵਣੀ ਰੁੱਤ ਹੈ ਅਤੇ ਭਾਵੇਂ ਜੀਵਨ ਦੇ ਵਿੱਚ ਖੁਸ਼ੀ ਹੈ ਅਤੇ ਭਾਵੇਂ ਜੀਵਨ ਦੇ ਵਿੱਚ ਗਮ ਹੀ ਹੈ, ਸਿੱਖ ਨੇ ਹਮੇਸ਼ਾ ਹੀ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਲ ਜੁੜੇ ਰਹਿਣਾ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਭਾਵੇਂ ਅਸੀਂ ਖੁਸ਼ੀ ਦਾ ਕਾਰਜ ਹੋਵੇ ਅਤੇ ਭਾਵੇਂ ਕੋਈ ਦੁੱਖ ਦਾ ਕਾਰਜ ਹੋਵੇ, ਅਸੀਂ ਕੀ ਕਰਦੇ ਹਾਂ 12 ਮਾਹਾਂ ਮਾਫ਼ ਕਰਨਾ ਆਨੰਦ ਸਾਹਿਬ ਦੀ ਬਾਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਦਿੱਤੀ ਹੈ ਕਿ ਅਰਦਾਸ ਆਨੰਦ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਹੁਣ ਆਨੰਦ ਸਾਹਿਬ ਦਾ ਪਾਠ ਜੋ ਆਨੰਦ ਵਾਲਾ ਹੈ, ਸੁੱਖ ਦੇ ਵੇਲੇ ਵੀ, ਦੁੱਖ ਦੇ ਵੇਲੇ ਵੀ, ਖੁਸ਼ੀ ਦੇ ਵੇਲੇ ਵੀ, ਗਮੀ ਦੇ ਵੇਲੇ ਵੀ। ਸੋ ਕੁੱਲ ਮਿਲਾ ਕੇ ਇਹ ਕਹਾਂਗੇ ਕਿ ਇਹ ਭਾਈ ਨਾਮ ਤੋਂ ਬਿਨਾਂ ਸਾਡੇ ਜੀਵਨ ਦਾ ਪਾਰ ਉਤਾਰਾ ਨਹੀਂ ਹੈ। ਪਰ ਮਨੁੱਖ ਭੁੱਲਿਆ ਹੋਇਆ ਹੈ ਅਤੇ ਮਨੁੱਖ ਭੁੱਲ ਕੇ ਮਨੁੱਖ ਪੈਸੇ ਦੇ ਵਿੱਚੋਂ, ਮਨੁੱਖ ਸੰਸਾਰੀ ਪਦਾਰਥਾਂ ਦੇ ਵਿੱਚੋਂ, ਮਨੁੱਖ ਸੁੱਖ ਨਾ ਹੀ ਬਹੁਤਾ ਤਨ ਖਾਟੇ ਕਿ ਜ਼ਰੂਰੀ ਨਹੀਂ ਹੈ ਕਿ ਤੇਰੇ ਕੋਲ ਸੁੱਖ ਆ ਜਾਏਗਾ ਤਾਂ ਤੂੰ ਮਾਫ਼ ਕਰਨਾ ਤੇਰੇ ਕੋਲ ਜੇ ਧਨ ਆ ਜਾਏਗਾ ਤਾਂ ਤੂੰ ਸੁਖੀ ਹੋ ਜਾਏਗਾ। ਇਹ ਜ਼ਰੂਰੀ ਨਹੀਂ ਹੈ। ਸੁੱਖ ਨਾ ਹੀ ਬਹੁਤਾ ਤਨ ਖਾਟੇ, ਬਹੁਤਾ ਧਨ, ਬਹੁਤਾ ਪੈਸਾ ਉਹ ਤੇਰੇ ਜੀਵਨ ਵਿੱਚ ਸੁੱਖ ਨਹੀਂ ਲਿਆ ਸਕਦਾ। ਇਹ ਜ਼ਰੂਰੀ ਨਹੀਂ ਹੈ ਕਿ ਸੁੱਖਾਂ ਦੇ ਸਾਧਨ ਤੂੰ ਇਕੱਠੇ ਕਰ ਲਵੇਂ ਅਤੇ ਤੇਰੇ ਕੋਲ ਸੁੱਖ ਵੀ ਆ ਜਾਵੇ। ਇਹ ਗੱਲ ਵੱਖਰੀ ਹੈ ਕਿ ਪੈਸੇ ਤੋਂ ਬਿਨਾਂ, ਸੰਸਾਰੀ ਦੌਲਤ ਤੋਂ ਬਿਨਾਂ ਸੰਸਾਰ ਵਿੱਚ ਵਿਚਰਨਾ ਔਖਾ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਹੈ, ਸਮਝਾਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਭਰਮੰਤਾ, ਦੋਹ ਬਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਿ ਅਸੀਂ ਭਟਕਣਾ ਦੇ ਵਿੱਚ, ਭੁਲੇਖੇ ਦੇ ਵਿੱਚ, ਸਿਰਫ ਮਾਇਆ ਦੇ ਪਿੱਛੇ, ਜਿਵੇਂ ਸਤਿਗੁਰੂ ਅਰਜਨ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਾ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੇ ਸੱਚ ਨਾਮ ਚਿਤ ਲਾਇਆ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਰਹਿਮਤ ਕਰ ਰਹੇ ਹੈ ਨਾ ਕਿ ਮਨੁੱਖ
ਕੱਚੇ ਧਨ ਦੇ ਵਿੱਚ, ਕੱਚਾ ਧਨ ਇਹ ਸੰਸਾਰੀ ਧਨ, ਇਹਦੇ ਪਿੱਛੇ ਇਹ ਮਨੁੱਖ ਆਪਣੇ ਜੀਵਨ ਦੇ ਵਿੱਚ ਅਨੇਕਾਂ ਦੁੱਖਾਂ ਨੂੰ ਭਰੀ ਜਾਂਦਾ ਹੈ। ਪੈਸਾ ਕਮਾਉਣ ਦੀ ਖਾਤਰ ਅਨੇਕਾਂ ਤਰ੍ਹਾਂ ਦੇ ਇਹ ਪਾਪ ਕਰਦਾ ਹੈ, ਵਿਕਾਰਾਂ ਦੇ ਵਿੱਚ ਉਲਝਿਆ ਹੋਇਆ, ਅਤੇ ਉਹਨਾਂ ਵਿਕਾਰਾਂ ਦੀ ਪੂਰਤੀ ਵਾਸਤੇ ਇਹ ਅਨੇਕਾਂ ਤਰ੍ਹਾਂ ਦੇ ਪਾਪ ਕਰਦਾ ਹੈ। ਸਤਿਗੁਰੂ ਜੀ ਰਹਿਮਤ ਕਰਦੇ ਹੈ, ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ। ਅੱਜ ਸਾਰੇ ਪਾਸੇ ਪਾਪ ਹੋ ਰਿਹਾ ਨਾ। ਹਰ ਮਨੁੱਖ ਭਾਵੇਂ ਉਸ ਨੂੰ ਕੋਈ ਵੀ ਤਰੀਕਾ ਵਰਤਣਾ ਪਵੇ, ਹਰ ਤਰੀਕੇ ਨਾਲ ਮਨੁੱਖ ਕੀ ਚਾਹੁੰਦਾ ਹੈ? ਉਹ ਪੈਸਾ ਚਾਹੁੰਦਾ ਹੈ, ਪ੍ਰਭਤਾ ਚਾਹੁੰਦਾ ਹੈ। ਅਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਜੋਬਨ ਧਨ ਪ੍ਰਭਤਾ ਕੈ ਮਧਮੈ, ਅਹਨਸ ਰਹਿ ਦੀਵਾਨਾ। ਕਿ ਮਨੁੱਖ ਦੀ ਇਹ ਕਮਜ਼ੋਰੀ ਹੈ, ਜਾਂ ਮਨੁੱਖ ਦੀ ਇਹ ਬਹੁਤ ਵੱਡੀ ਚਾਹਤ ਰਹਿੰਦੀ ਹੈ। ਮਨੁੱਖ ਸ਼ਦਾਈ ਹੋਇਆ ਫਿਰਦਾ, ਦੀਵਾਨਾ ਹੋਇਆ ਫਿਰਦਾ ਮਨੁੱਖ। ਕਾਹਦੇ ਪਿੱਛੇ? ਜੋਬਨ ਧਨ ਪ੍ਰਭਤਾ ਕੈ ਮਧਮੈ। ਹੁਣ ਚੰਗੇ ਜੀਵਨ ਦੇ ਪਿੱਛੇ, ਚੰਗੇ ਸਰੀਰ ਦੇ ਪਿੱਛੇ, ਚਾਰ ਪੈਸਿਆਂ ਦੇ ਪਿੱਛੇ, ਆਪਣੀ ਪ੍ਰਭਤਾ ਦੇ ਪਿੱਛੇ, ਹੁਣ ਇਹ ਚੀਜ਼ਾਂ ਕਰਕੇ ਹੀ ਮਨੁੱਖ ਪਾਪ ਕਰਦਾ ਹੈ। ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਭਾਵੇਂ ਉਹਨੂੰ ਪ੍ਰਭਤਾ ਚਾਹੀਦੀ ਹੋਵੇ, ਉਹਨੂੰ ਰਾਜ ਚਾਹੀਦਾ ਹੋਵੇ, ਪਰ ਮਨੁੱਖ ਚਾਹੁੰਦਾ ਤਾਂ ਬਹੁਤ ਕੁਝ ਹੈ। ਮਨੁੱਖ ਆਪਣਾ ਹੱਕ ਚਾਹੁੰਦਾ ਹੈ। ਦੋ ਚੀਜ਼ਾਂ ਹੈ, ਇੱਕ ਹੱਕ ਹੋਇਆ ਕਰਦੇ ਹੈ, ਇੱਕ ਫਰਜ਼ ਹੋਇਆ ਕਰਦੇ ਹੈ। ਦੋ ਚੀਜ਼ਾਂ ਦਾ ਖਿਆਲ ਰੱਖਣਾ, ਇੱਕ ਹੱਕ ਹੈ ਅਤੇ ਇੱਕ ਫਰਜ਼ ਹੈ। ਹੁਣ ਅਸੀਂ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਹਾਂ, ਅਤੇ ਆਪਣਾ ਹੱਕ ਪ੍ਰਾਪਤ ਕਰਨ ਵਾਸਤੇ ਅਸੀਂ ਹਰ ਜਾਇਜ਼ ਨਜਾਇਜ਼ ਕੰਮ ਕਰਦੇ ਹਾਂ, ਪਰ ਫਰਜ਼ਾਂ ਦੇ ਪ੍ਰਤੀ ਅਸੀਂ ਅਵੇਸਲੇ ਹੋ ਜਾਂਦੇ ਹਾਂ। ਹੁਣ ਰਾਜਨੇਤਾ ਦਾ ਕੰਮ ਕੀ ਹੈ? ਉਹ ਪ੍ਰਭਤਾ ਚਾਹੁੰਦਾ ਹੈ। ਉਹ ਰਾਜਗੱਦੀ ਪ੍ਰਾਪਤ ਕਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਉਹ ਪਾਪ ਕਰਦਾ ਹੈ, ਪਰ ਉਹਦਾ ਅੱਗੇ ਫਰਜ਼ ਕੀ ਬਣ ਜਾਂਦਾ ਹੈ? ਜਿਵੇਂ ਇਹ ਪੁਰਾਣਾ ਮੁਹਾਵਰਾ ਹੈ ਕਿ ਤਪੋਂ ਰਾਜ ਤੇ ਰਾਜੋਂ ਨਰਕ। ਹੁਣ ਰਾਜ ਤੋਂ ਨਰਕ ਕਿਉਂ? ਕਿਉਂਕਿ ਮਨੁੱਖ ਨੇ ਅਨੇਕਾਂ ਤਰ੍ਹਾਂ ਦੇ ਪਾਪੜ ਵੇਲ ਕੇ ਜਾਂ ਤਪੱਸਿਆ ਕਰਕੇ ਕਿਸੇ ਤਰ੍ਹਾਂ ਉਹਨੇ ਰਾਜ ਪ੍ਰਾਪਤ ਕਰ ਲਿਆ ਹੈ, ਪਰ ਰਾਜ ਪ੍ਰਾਪਤ ਕਰਕੇ ਉਹਨੇ ਅਨੇਕਾਂ ਤਰ੍ਹਾਂ ਦੇ ਪਾਪ ਕਰਨੇ ਸ਼ੁਰੂ ਕਰ ਦਿੱਤੇ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਰਾਜਾ ਤਾਂ ਹੁੰਦਾ ਹੀ ਲੋਕਾਂ ਦੀ ਸੇਵਾ ਵਾਸਤੇ ਹੈ। ਸਤਿਗੁਰੂ ਜੀ ਰਹਿਮਤ ਕਰਦੇ ਆ ਪਾਵਨ ਗੁਰਬਾਣੀ ਦੇ ਵਿੱਚ, ਰਾਜੇ ਚੁੱਲ੍ਹੀ ਨਿਆਮ ਕੀ। ਰਾਜੇ ਤਾਂ ਨਿਆਮ ਦੀ ਚੁੱਲ੍ਹੀ ਹੈ, ਰਾਜਿਆਂ ਨੇ ਤਾਂ ਨਿਆਮ ਕਰਨਾ ਹੈ, ਹਾਕਮਾਂ ਨੇ ਨਿਆਮ ਕਰਨਾ ਹੈ। ਪਰ ਹੋ ਕੀ ਰਿਹਾ ਸੰਸਾਰ ਦੇ ਵਿੱਚ? ਇਸ ਤੋਂ ਉਲਟਾ ਹੋ ਰਿਹਾ ਹੈ। ਅਤੇ ਇਸੇ ਕਰਕੇ ਕਈ ਵਾਰ ਸਖਤ ਲਫ਼ਜ਼ ਵੀ ਗੁਰਬਾਣੀ ਦੇ ਵਿੱਚ ਵਰਤੇ ਗਏ ਹੈ ਕਿ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟਾ ਹੈ। ਅਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗਲਤ ਤਰ੍ਹਾਂ ਦੀ ਹਕੂਮਤ ਕਰਨ ਵਾਲਿਆਂ ਨੂੰ ਇਹ ਕਹਿ ਦਿੱਤਾ ਸੀ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਸੋ ਲੋੜ ਹੈ ਸਾਨੂੰ ਆਪਣਾ ਫਰਜ਼ ਪਛਾਣਨ ਦੀ, ਕਿ ਅਸੀਂ ਆਪਣਾ ਫਰਜ਼ ਪਛਾਣੀਏ। ਅਸੀਂ ਸਿੱਖ ਹਾਂ ਤਾਂ ਸਿੱਖਾਂ ਵਾਲੇ ਕੰਮ ਕਰੀਏ, ਅਸੀਂ ਆਪਣਾ ਕੰਮ ਦੂਜੇ 'ਤੇ ਨਾ ਸੁੱਟੀਏ। ਅਸੀਂ ਸਾਰੇ ਆਪੋ ਆਪਣੀ ਡਿਊਟੀ ਕਰੀਏ, ਆਪੋ ਆਪਣਾ ਅਸੀਂ ਸਾਰੇ ਫਰਜ਼ ਨਿਭਾਈਏ ਹਰ ਮਨੁੱਖ ਨੂੰ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਘਟਨਾ ਆਉਂਦੀ ਹੈ। ਸਤਿਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਮਹਾਰਾਜ ਅਚਾਨਕ ਸਿੱਖਾਂ ਦੇ ਨਾਲ ਧਰਮਸ਼ਾਲਾ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕਹਿ ਲਈ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਸੁਸ਼ੋਭਿਤ ਹੁੰਦੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਲੰਘ ਰਹੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਧਿਆਨ ਦੀਵਾਰ ਵਾਲੇ ਪਾਸੇ ਪਿਆ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਜੋ ਹਜ਼ੂਰੀ ਸੇਵਕ ਸੀ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਭਾਈ ਗੁਰਮੁਖਾ, ਤੂੰ ਇਹਨਾਂ ਸਿੱਖਾਂ ਦਾ ਜਹੇਦਾਰ ਹੈ, ਤੂੰ ਇਹਨਾਂ ਦਾ ਮੁਖੀ ਹੈ। ਦੇਖ ਇਹ ਦੀਵਾਰ ਕਿੰਨੀ ਖਰਾਬ ਹੋਈ ਹੈ। ਪੁਰਾਣੀ ਦੀਵਾਰਾਂ ਕੱਚੀਆਂ ਹੁੰਦੀਆਂ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਭਾਈ ਗੁਰਮੁਖਾ, ਇਹ ਦੀਵਾਰ ਕਿੰਨੀ ਖਰਾਬ ਹੋਈ ਹੈ, ਇਹਦੇ 'ਤੇ ਮਿੱਟੀ ਡਿੱਗ ਰਹੀ ਹੈ। ਇਹ ਕਿਸੇ ਸਿੱਖ ਨੂੰ ਕਹੋ ਕਿ ਇਹਦੇ 'ਤੇ ਲੇਪਣ ਕਰ ਦੇਵੇ, ਇਹਦੇ 'ਤੇ ਪੋਚਾ ਲਾ ਦੇਵੇ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਨੂੰ ਕਿਹਾ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਸਿੱਖਾਂ ਦਾ ਮੁਖੀ ਸੀ, ਕੁਝ ਸਿੱਖਾਂ ਦਾ ਮੁਖੀ ਸੀ, ਅੱਜ ਦੇ ਸ਼ਬਦਾਵਲੀ ਦੇ ਵਿੱਚ ਆਪਾਂ ਜਹੇਦਾਰ ਕਹਿ ਲਵਾਂਗੇ ਕਿ ਉਹ ਇੱਕ ਜਹੇਦਾਰ ਸੀ, ਸਿੱਖਾਂ ਦਾ ਮੁਖੀ ਸੀ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਬਚਨ ਕਹਿ ਕੇ ਚਲੇ ਜਾਂਦੇ ਹੈ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੂਜੇ ਦਿਨ ਉੱਥੋਂ ਦੀ ਲੰਘਦੇ ਹੈ ਤਾਂ ਕੀ ਹੁੰਦਾ ਹੈ, ਉਹੀ ਜਥੇਦਾਰ ਉਸ ਕੰਧ 'ਤੇ ਲੇਪਣ ਕਰ ਰਿਹਾ ਹੁੰਦਾ। ਬਹੁਤ ਸਾਰੀ ਕੰਧ ਲਿਪ ਦਿੱਤੀ ਹੁੰਦੀ ਹੈ, ਸਾਫ਼ ਕਰ ਦਿੱਤੀ ਹੁੰਦੀ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਪਤਾ ਕੀ ਕਿਹਾ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਥੇਦਾਰ ਜੀ, ਹੇ ਭਾਈ ਗੁਰਮੁਖਾ, ਕੀ ਗੱਲ ਹੈ, ਤੂੰ ਇਹ ਸਾਰਾ ਕਾਰਜ ਆਪ ਕਰ ਰਹੇ ਹੈ। ਅਸੀਂ ਤਾਂ ਤੁਹਾਨੂੰ ਇਹ ਕਿਹਾ ਸੀ ਕਿ ਤੁਸੀਂ ਕਿਸੇ ਸਿੱਖ ਨੂੰ ਕਹਿ ਕੇ ਇਹ ਕਾਰਜ ਕਰਵਾ ਦੇਣਾ, ਦੀਵਾਰ ਨੂੰ ਸਾਫ਼ ਕਰਵਾ ਦੇਣਾ, ਇਹਦੇ 'ਤੇ ਮਿੱਟੀ ਦਾ ਪੋਚਾ ਫਰਵਾ ਦੇਣਾ। ਅਸੀਂ ਤੁਹਾਨੂੰ ਇਹ ਕਿਹਾ ਸੀ ਕਿਸੇ ਸਿੱਖ ਨੂੰ ਕਹਿ ਦੇਣਾ। ਹੁਣ ਉਸ ਜਥੇਦਾਰ ਦਾ ਜਵਾਬ ਕੀ ਸੀ? ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਵੀ ਸਿੱਖ ਬਣਨ ਦੀ ਜਾਚ ਆ ਜਾਵੇ। ਇਹ ਸਤਿਗੁਰੂ ਪਾਤਸ਼ਾਹ ਮੈਨੂੰ ਵੀ ਸਿੱਖੀ ਦੇ ਦਿਓ। ਹੁਣ ਅਸੀਂ ਸਿੱਖੀ ਵਾਲੇ ਪਾਸੇ ਜ਼ਿਆਦਾ ਤੁਰਦੇ ਹਾਂ। ਕੱਲ੍ਹ ਪਰਸੋਂ ਮੈਂ ਇਹ ਕਥਾ ਸੁਣ ਰਿਹਾ ਸੀ ਮਹਾਂਪੁਰਖ ਰਾੜੇ ਵਾਲੇ ਬਾਬਿਆਂ ਦੀ। ਉਹ ਕਹਿ ਰਹੇ ਸੀ ਉਹਨਾਂ ਕੋਲ ਕੋਈ ਮਾਈ ਗਈ, ਪੁੱਛਣ ਲੱਗੀ ਕਿ ਬਾਬਾ ਜੀ ਗੁਰੂ ਵੱਡਾ ਹੁੰਦਾ ਹੈ ਕਿ ਚੇਲਾ ਵੱਡਾ ਹੁੰਦਾ ਹੈ? ਅਤੇ ਬਾਬਾ ਜੀ ਦੱਸ ਰਹੇ, ਕਹਿਣ ਲੱਗੇ ਵੀ ਵੱਡਾ ਤਾਂ ਗੁਰੂ ਹੀ ਹੁੰਦਾ ਹੈ। ਕਹਿੰਦੇ ਫਿਰ ਇਸ ਤਰ੍ਹਾਂ ਕਰੋ, ਫਿਰ ਮੇਰੇ ਬੇਟੇ ਨੂੰ ਤੁਸੀਂ ਚੇਲਾ ਰਹਿਣ ਦਿਓ, ਮੇਰੇ ਬੇਟੇ ਨੂੰ ਗੁਰੂ ਬਣਾ ਦਿਓ। ਭਾਵ ਕਿ ਸਾਡੀ ਮੰਗ ਜੋ ਸਾਡੀ ਹੈਸੀਅਤ ਨਹੀਂ ਹੈ, ਸਾਡੀ ਮੰਗ ਉਹ ਹੁੰਦੀ ਹੈ, ਅਸੀਂ ਵੱਧ ਆਪਣੀ ਹੈਸੀਅਤ ਤੋਂ ਮੰਗਦੇ ਹਾਂ। ਇਹ ਗੱਲ ਵੱਖਰੀ ਹੈ ਕਿ ਉਹ ਦਾਤਾਰ ਦੇਣ ਵਾਲਾ ਦਾਤਾ, ਅਸੀਂ ਉਸ ਦਾਤੇ ਤੋਂ ਜੋ ਮੰਗੀਏ ਉਹ ਦਾਤਾ ਸਾਨੂੰ ਦਿੰਦਾ ਹੈ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੇ, ਅਗੰਤ ਭਰੇ ਭੰਡਾਰ। ਉਹ ਦਾਤਾ ਸਾਡੀਆਂ ਸਾਰੀਆਂ ਕਾਮਨਾ ਪੂਰੀਆਂ ਕਰਦਾ ਹੈ, ਪਰ ਅਸੀਂ ਉਹ ਕਾਮਨਾ ਪੂਰੀਆਂ ਕਰਨ ਵਾਲੇ ਨੂੰ, ਭਾਵਨਾ ਪੂਰੀਆਂ ਕਰਨ ਵਾਲੇ ਵਾਹਿਗੁਰੂ ਨੂੰ, ਸੱਚੇ ਸਤਿਗੁਰੂ ਨੂੰ ਅਸੀਂ ਵਿਸਾਰ ਬੈਠਦੇ ਹਾਂ। ਹੁਣ ਤੀਸਰੇ ਸਤਿਗੁਰਾਂ ਦੇ ਸਮੇਂ ਹੀ ਹੁਣ ਇੱਕ ਸ਼ਾਹ ਆਇਆ, ਗੜ੍ਹ ਸ਼ੰਕਰ, ਸ਼ਾਇਦ ਗੁਰਦਾਸਪੁਰ ਦੇ ਇਲਾਕੇ 'ਚ। ਇੱਕ ਤਾਂ ਗੜ੍ਹ ਸ਼ੰਕਰ ਹੁਸ਼ਿਆਰਪੁਰ ਕੋਲੇ ਹੈ, ਇੱਕ ਪੁਰਾਣੇ ਸਮੇਂ ਦੇ ਵਿੱਚ ਇਹ ਕੋਈ ਨਗਰ ਸੀ। ਹੁਣ ਸ਼ਾਹ ਹੈ, ਕੰਗਾਲ ਹੋ ਗਿਆ ਹੈ, ਘਾਟਾ ਪੈ ਗਿਆ, ਪੈਸੇ ਦੇ ਲੈਣ ਦੇਣ ਵਿੱਚ ਘਾਟਾ ਪੈਂਦਾ ਰਹਿੰਦਾ। ਹੁਣ ਕੰਗਾਲ ਹੋਇਆ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਰ 'ਤੇ ਆ ਕੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਮੈਂ ਕੰਗਾਲ ਹੋ ਗਿਆ, ਲੋਕ ਮੈਨੂੰ ਗੰਗੂ ਸ਼ਾਹ ਕਹਿੰਦੇ ਹੈ, ਮੈਂ ਸ਼ਾਹ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕੋਈ ਨਹੀਂ, ਤੂੰ ਅੱਜ ਵੀ ਸਾਡਾ ਸ਼ਾਹ ਹੈ। ਜੋ ਤੂੰ ਦਰ 'ਤੇ ਆ ਗਿਆ, ਤੈਨੂੰ ਅਸੀਂ ਸ਼ਾਹ ਹੀ ਬਣਾਵਾਂਗੇ। ਜਾ, ਚਲਾ ਜਾ, ਦਿੱਲੀ ਵਾਲੇ ਪਾਸੇ ਚਲਾ ਜਾ, ਉੱਥੇ ਜਾ ਕੇ ਤੂੰ ਆਪਣਾ ਕਾਰਜ ਆਰੰਭ ਕਰ। ਅਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਕਿ ਤੂੰ ਜਾ ਕੇ ਗੁਰੂ ਨੂੰ ਭੁੱਲੀ ਨਾ, ਗੁਰੂ ਘਰ ਨੂੰ ਭੁੱਲੀ ਨਾ, ਅਤੇ ਗੁਰੂ ਘਰ ਵਿੱਚ, ਗੁਰੂ ਘਰ ਦਾ ਜੋ ਤੂੰ ਇਹ ਦਸਵੰਧ ਹੈ ਨਾ, ਗੁਰੂ ਘਰ ਦਾ ਖਾਤਾ ਤੂੰ ਆਪਣੇ ਵਹੀ ਖਾਤਿਆਂ ਵਿੱਚ ਰੱਖੀ। ਅਤੇ ਜਿਹੜਾ ਗੁਰੂ ਘਰ ਦਾ ਖਾਤਾ ਹੋਏਗਾ ਨਾ, ਉਹਦੀ ਉਹ ਜੋ ਮਾਇਆ ਹੋਏਗੀ, ਉਹ ਲੋੜਵੰਦਾਂ ਵਿੱਚ, ਗਰੀਬਾਂ ਦੇ ਵਿੱਚ ਉਹ ਤੂੰ ਵੰਡਦੇ ਰਹਿਣਾ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਪਾ ਕੇ ਉਹ ਸਿੱਖ ਦਿੱਲੀ ਆਇਆ। ਹੁਣ ਦਿੱਲੀ ਆਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਉਹਨਾਂ ਸਮਿਆਂ ਦੇ ਵਿੱਚ ਹੁੰਡੀ ਦਾ ਰਿਵਾਜ਼ ਸੀ, ਜਿਵੇਂ ਅੱਜ ਅਨੇਕਾਂ ਤਰ੍ਹਾਂ ਦੇ ਡਰਾਫਟ ਵਗੈਰਾ ਚੱਲਦੇ ਆ, ਹੋਰ ਚੈੱਕ ਵਗੈਰਾ ਚੱਲਦੇ ਆ। ਉਹਨਾਂ ਸਮਿਆਂ ਦੇ ਵਿੱਚ ਹੁੰਡੀ ਦਾ ਰਿਵਾਜ਼ ਸੀ। ਹੁਣ ਇੱਕ ਹੁੰਡੀ ਆਈ ਹੈ, ਪਰ ਸਾਰੇ ਸ਼ਾਹੂਕਾਰ ਡਰ ਰਹੇ ਆ ਉਸ ਹੁੰਡੀ ਤਾਰਨ ਤੋਂ। ਪਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਓਟ ਆਸਰਾ ਲੈ ਕੇ ਇਸ ਗੰਗੂ ਸ਼ਾਹ ਨੇ ਉਹ ਹੁੰਡੀ ਤਾਰ ਦਿੱਤੀ। ਹੁਣ ਉਹ ਵਿਦੇਸ਼ੀ ਹੁੰਡੀ ਸੀ। ਹੁਣ ਕੰਟਰੋਵਰਸੀ ਭਾਵ ਕਿ ਚਰਚਾ ਹੋ ਗਈ ਹੈ, ਸਾਰੇ ਪਾਸੇ ਬੱਲੇ ਬੱਲੇ ਹੋ ਗਈ ਹੈ ਕਿ ਇਸ ਗੰਗੂ ਸ਼ਾਹ ਨੇ ਇਹ ਵਿਦੇਸ਼ੀ ਹੁੰਡੀ ਤਾਰ ਦਿੱਤੀ। ਖੈਰ ਸਫਲਾ ਹੋਇਆ, ਕੰਮ ਇੰਨਾ ਜ਼ਿਆਦਾ ਵਧਿਆ ਕਿ ਦਿੱਲੀ ਦੇ ਸ਼ਾਹੂਕਾਰਾਂ ਦੇ ਵਿੱਚ ਉਹਦਾ ਨਾਮ ਆਇਆ। ਹੁਣ ਸਮਾਂ ਲੰਘਦਾ ਗਿਆ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ। ਬਾਬਾ ਬੁੱਢਾ ਜੀ ਨੇ, ਸਤਿਗੁਰੂ ਪਾਤਸ਼ਾਹ ਗਰੀਬੜਾ ਜਿਹਾ ਸਿੱਖ ਆਇਆ, ਇਹ ਬੱਚੀ ਦਾ ਵਿਆਹ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਕੁਝ ਮਾਇਆ ਖਜ਼ਾਨੇ ਵਿੱਚੋਂ ਦੇ ਦੇਈਏ। ਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਾਬਾ ਜੀ ਸਾਡੇ ਵੱਲੋਂ ਚਿੱਠੀ ਲਿਖੋ, ਇਹ ਸਿੱਖ ਜੇ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੇ ਆਸ-ਪਾਸ ਤੋਂ ਆਇਆ, ਤਾਂ ਸਾਡਾ ਸ਼ਾਹ ਰਹਿ ਰਿਹਾ ਗੰਗੂ ਸ਼ਾਹ, ਤਾਂ ਗੰਗੂ ਸ਼ਾਹ ਨੂੰ ਚਿੱਠੀ ਲਿਖੋ ਸਾਡੇ ਵੱਲੋਂ, ਉਹ ਆਪੇ ਬੱਚੀ ਦਾ ਵਿਆਹ ਕਰੇਗਾ, ਪੈਸਾ ਬਥੇਰਾ ਉਹਦੇ ਕੋਲੇ। ਹੁਣ ਬਾਬਾ ਬੁੱਢਾ ਜੀ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵੱਲੋਂ ਗੰਗੂ ਸ਼ਾਹ ਨੂੰ ਚਿੱਠੀ ਲਿਖੀ ਹੈ। ਹੁਣ ਗੰਗੂ ਸ਼ਾਹ ਦੇ ਕੋਲ ਜਦੋਂ ਇਹ ਗਰੀਬੜਾ ਜਿਹਾ ਸਿੱਖ ਪਹੁੰਚਿਆ, ਪਹਿਲਾਂ ਤਾਂ ਉਹਦੇ ਮਨੀਮਾ ਨੇ, ਉਹਦੇ ਕਰਮਚਾਰੀਆਂ ਨੇ ਨੇੜੇ ਨਹੀਂ ਜਾਣ ਦਿੱਤਾ। ਜਦੋਂ ਉਹ ਗਰੀਬੜਾ ਜਿਹਾ ਸਿੱਖ ਇਹਦੇ ਕੋਲੇ ਪਹੁੰਚਿਆ ਤਾਂ ਗੰਗੂ ਸ਼ਾਹ ਕਹਿਣ ਲੱਗਾ, ਕੌਣ ਗੁਰੂ?
मैं किसी गुरु ਨੂੰ ਜਾਣਦਾ नहीं है। ਹੁਣ गुरु तो ही बेमुख हो गया है, भुल चुका है गुरु ਨੂੰ। ਕਹਿਣ ਲੱਗਾ ਮੇਰੇ ਕੋਲ ਕੋਈ ਵਹੀ ਖਾਤਾ नहीं है गुरुआं ਦਾ कोई। ਹੁਣ क्योंकि पावन बाणी के बचन है ना, माया धारी अत अन्ना बोला, शब्द ना सुने बहु रोल घचोला। ਹੁਣ ਉਹ सिख वापस आया गोबिंदवाल साहब, ਤਾਂ सतगुरु पातशाह महाराज के खजानिਆਂ ਦੇ ਵਿੱਚੋਂ कुछ माया दे के उस बच्ची का विआह हो गया। समा लंघदा गया। ਹੁਣ ਜਦੋਂ उस गंगू शाह ने कह दिता कि मेरे को कोई गुरु का खाता नहीं है, तो गुरु दीयां बरकतां खत्म होणियां शुरू होईयां। ਹੁਣ गुरु का हथ सिर ते नहीं रहा, क्योंकि गुरु के नालों आप तोड़ ली, कहना मेरा गुरु के नाल कोई वास्ता नहीं है। ਹੁਣ ਜਦੋਂ सिख कह रहे हैं कि मेरा गुरु के नाल वास्ता नहीं है, ਹੁਣ गुरु के नाल वास्ता तोड़ लिया, ਵਪਾਰ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋਇਆ। ਇੰਨਾ ਘਾਟਾ ਪਿਆ, ਇੰਨਾ ਘਾਟਾ ਪਿਆ, ਕਰਜ਼ਾ ਲੈ ਕੇ ਕੰਮ ਸ਼ੁਰੂ ਕਰਨ ਦਾ ਯਤਨ ਕੀਤਾ, ਪਰ ਫਿਰ ਵੀ ਕਰਜ਼ਾਈ ਹੋਇਆ, ਰਾਤੋਂ ਰਾਤ ਭੱਜਿਆ। ਹੁਣ ਜੋ ਰਾਤੋਂ ਰਾਤ ਦਿੱਲੀ ਤੋਂ ਭੱਜਿਆ, ਤਾਂ ਉਹੀ ਗੱਲ ਚੇਤੇ ਆਈ ਕਿ ਉਹ ਮਣਾ ਤੂੰ ਤਾਂ ਪਹਿਲਾਂ ਉੱਥੋਂ ਗੜ੍ਹਸ਼ੰਕਰ ਤੋਂ ਵੀ ਕੰਗਾਲ ਹੋ ਕੇ ਭੱਜਿਆ ਸੀ, ਤੇ ਹੁਣ ਮਨ ਵਿੱਚ ਖਿਆਲ ਆਇਆ कि उसे सतगुरां दे कोल चलां। सतगुरु अमरदास पातशाह महाराज कृपा करनगे। मैं मायाधारी हो के पैसे दे विच हो के मैं गुरु नूं भुल बैठा। हुण सतगुरु अमरदास पातशाह महाराज दर ते गोबिंदवाल साहब आया, पर हुण सतगुरां दे सामने, सतगुरां दे सन्मुख किवें आवे, सतगुरां दे सामने किवें आवे, नहीं आ रहा। ਹੁਣ ਜੋੜੇ ਖਾਨੇ ਜਾਂਦਾ, ਜੋੜਿਆਂ ਦੀ ਸੇਵਾ ਕਰਦਾ, ਤਪੜਾਂ ਦੀ ਸੇਵਾ ਕਰਦਾ, ਦਰੀਆਂ ਦੀ ਸੇਵਾ ਕਰਦਾ ਹੈ, ਜੂਠੇ ਭਾਂਡਿਆਂ ਦੀ ਸੇਵਾ ਕਰਦਾ ਹੈ। ਹੁਣ ਪਰ ਮਨ ਹੀ ਮਨ ਅਰਦਾਸ ਕਰਦਾ, ਸਤਿਗੁਰੂ ਪਾਤਸ਼ਾਹ ਮੈਂ ਤੁਹਾਡੇ ਸਾਹਮਣੇ ਨਹੀਂ ਆ ਸਕਦਾ, ਕਿਹੜਾ ਮੂੰਹ ਲੈ ਕੇ ਮੈਂ ਤੁਹਾਡੇ ਸਾਹਮਣੇ ਆਵਾਂ। ਪਰ ਮਨ 'ਚੋਂ ਮਾਫੀ ਮੰਗ ਰਿਹਾ, ਕਿਉਂਕਿ ਗੁਰੂ ਬਖਸ਼ਿੰਦਾ ਹੈ, ਵਾਹਿਗੁਰੂ ਪ੍ਰਭੂ ਪਰਮਾਤਮਾ ਬਖਸ਼ਿੰਦਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, तेते अवगुण हमारे, दया करो कश्मेर पावो, डुबदे पत्थर तारे, कोट खते किन बख्शन हारा। ये गुरु घर दियां ये रहमत है। हुण एक दिन अचानक सतगुरां दे नाल मेल होया। सतगुरु पातशाह महाराज कह ले, गंगू शाह की गल है, तू तां दिल्ली सी, इत्थे किवें घुम रहा है? तां कहण लगा सतगुरु पातशाह हुण मैं गंगू नहीं है, हुण मैं गंगू शाह नहीं है। हे सतगुरु पातशाह हुण तां कल्ला गंगू ही रह गया। हे सतगुरु पातशाह आप कृपा करो, रहमत करो, मैनू अपने चरनां दे विच रख लो। सतगुरु पातशाह दा देखो जिगरा, देखो सतगुरु पातशाह महाराज कहन लगे, गंगू शाह कोई गल नहीं, तू पहलां भी कंगाल होया सी, तेरे ते कृपा होई, अते हुण भी तैनूं असीं तू साडा शाह, तैनूं शाह बना दिंदे आ। कहन लगा सतगुरु पातशाह हुण मैं शाह नहीं बनना। 2 वार मैं शाह बन के वेख लिया, 2 वार कंगाल बन के वेख लिया। सतगुरु पातशाह ये माया वाला गरीब बन के वेख लिया, अमीर बन के वेख लिया। सतगुरु पातशाह जो तुहाडे चरनां दे विच सुख है वो होर किते नहीं है। सतगुरु पातशाह कृपा करो, मैनू अपने चरनां दे विच रखो। तो सतगुरु अमरदास पातशाह महाराज जी ने इस गंगू शाह नूं चरनां विच रखिया, सिੱਖੀ दात दित्ती। अते सतगुरु पातशाह महाराज जी ने जदों सिੱਖੀ नूं जथेबंदक रूप दे विच उन्होंने ने लैके आंदा, 22 मंजियां दी सतगुरु पातशाह महाराज जी ने सिरजना की, तां उस गंगू शाह नूं मंजी दी बख्शिश सतगुरु अमरदास पातशाह महाराज ने दित्ती है। सो मैं अर्ज कर रहा सा कि असीं भुल बैठदे हैं माया दे विच कि साडे फर्ज की है। असीं हक्कां दे प्रति सुचेत, पर फर्जां तो असीं अवेसले। सो सतगुरु पातशाह महाराज ने, उस वाहिगुरू प्रभु परमात्मा ने सानू उस वाहिगुरू प्रभु परमात्मा का नाम जपण वास्ते तां भेजिया है। उस वाहिगुरू प्रभु परमात्मा ने धरती थाप रखी धर्मसाल, ये धरती धर्म का घर है। पर असीं धर्म के घर विच आके असीं भुल बैठते हैं। जे पावन गुरबाणी सानू समझा रही है, फरीदा 4 गवाया हंडक है, 4 गवाया सम, लेखा रब मगेसिया, तू आहो केरे काम। हुण साडा जीवन मुकदा जा रहा है, चलता जा रहा है, पर सच ते नाम तो, सिमरन तो, अच्छे कामां तो असीं दूर होते जाते हैं। साडा जीवन पापां दे नाल भरदा जाता है। सतगुरु पातशाह महाराज ने साडे ते कृपा की है, रहमत की है। सानू तो सतगुरु पातशाह महाराज जी ने सरबत दे भले दी दात दी है कि असीं सरबत दा भला करना है। तो सतगुरु पातशाह महाराज जे पावन गुरबाणी च बचन आउंदा है कि सतगुर सबना दा भला मनाएंदा, तिस दा बुरा क्यों होए। ये ठीक है कि पुरातन समय तो ये गल्लां चलदियां आ रही हैं
ਪੁਰਾਤਨ ਸਮੇਂ ਤੋਂ ਇਹ ਘਟਨਾਵਾਂ ਚੱਲਦੀਆਂ ਆ ਰਹੀਆਂ ਕਿ ਨਿਰਵੈਰਾਂ ਨਾਲ ਵੀ ਵੈਰ ਅਨੇਕਾਂ ਪਾਪੀ ਲੋਕ ਕਰਦੇ ਆ ਰਹੇ ਹੈ, ਪਰ ਉਹਨਾਂ ਨੂੰ ਉਹਨਾਂ ਦੀਆਂ ਸਜ਼ਾਵਾਂ ਸਮੇਂ ਸਮੇਂ ਮੁਤਾਬਕ ਮਿਲਦੀਆਂ ਰਹਿੰਦੀਆਂ ਅਤੇ ਮਿਲਦੀਆਂ ਰਹਿਣਗੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹਾਂ 12 ਅੰਕਾਂ ਦੇ ਵਿੱਚ 12 ਮਹੀਨਿਆਂ ਦੀ ਵਰਤੋਂ ਕਰਕੇ, ਭਾਵ ਕਿ 12 ਉਦਾਹਰਨਾਂ ਦੇ ਕੇ, ਭਾਵੇਂ ਉਹ ਗਰਮੀ ਦਾ ਮਹੀਨਾ ਹੈ, ਭਾਵੇਂ ਸਰਦੀ ਦਾ ਮਹੀਨਾ ਹੈ, ਅਤੇ ਭਾਵੇਂ ਉਹ ਬਰਸਾਤ ਦਾ ਮਹੀਨਾ ਹੈ, ਅਤੇ ਭਾਵੇਂ ਉਹ ਠੰਡੀ ਮਿੱਠੀ ਰੁੱਤ ਦਾ ਮਹੀਨਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਸਾਰੇ ਮਹੀਨਿਆਂ ਦਾ ਵੇਰਵਾ ਦੇ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਅਖੀਰ 'ਤੇ ਸਮਝਾ ਦਿੱਤਾ ਕਿ ਇਹ ਭਾਈ ਤੇਰੇ ਜੀਵਨ ਦੇ ਵਿੱਚ ਜੇ ਆਨੰਦ ਬਣਨਾ ਹੈ ਨਾ, ਤਾਂ ਆਨੰਦ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਬਣਨਾ ਹੈ। ਜੇ ਤੂੰ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ। ਹੁਣ ਮੈਂ ਇੱਕ ਗੱਲ ਹੋਰ ਆਪ ਜੀ ਨਾਲ ਸਾਂਝੀ ਕਰ ਦੇਵਾਂ। ਹੁਣ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਸਾਨੂੰ ਇਹ ਜੀਵਨ ਦਿੱਤਾ ਹੈ, ਅਤੇ ਪਾਵਨ ਗੁਰਬਾਣੀ ਦੇ ਵਿੱਚ ਇਸ ਜੀਵਨ ਨੂੰ ਇੱਕ ਰਾਤ ਦੇ ਨਾਲ ਤੁਲਨਾ ਵੀ ਦਿੱਤੀ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੈ ਸਾ ਮੁਕਦੀ ਚੱਲੀ ਰਹਿਣ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੂਰੇ ਜੀਵਨ ਨੂੰ ਰਾਤ ਦੇ ਨਾਲ ਤੁਲਨਾ ਦਿੱਤੀ ਹੈ। ਅਤੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਲਿਖਣ ਦੇ ਸਮੇਂ ਜੋ ਰਾਗਾਂ ਦੀ ਤਰਤੀਬ ਹੈ ਨਾ, ਸਭ ਤੋਂ ਪਹਿਲਾਂ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜੋ ਸ੍ਰੀ ਰਾਗ ਹੈ ਉਹਦੀ ਵਰਤੋਂ ਕੀਤੀ ਹੈ। ਸ੍ਰੀ ਰਾਗ ਸਭ ਤੋਂ ਪਹਿਲਾਂ ਲੈ ਕੇ ਆਉਂਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਪਹਿਲਾਂ ਜਪਜੀ ਸਾਹਿਬ ਆਪ ਸਾਰੇ ਜਾਣਦੇ ਹੋ, ਫਿਰ ਰਹਿਰਾਸ ਸਾਹਿਬ ਦੇ 9 ਸ਼ਬਦ, ਫਿਰ 16 ਸਾਹਿਬ ਦੀ ਬਾਣੀ, ਅਤੇ ਫਿਰ ਜਦੋਂ ਰਾਗ ਆਰੰਭ ਹੁੰਦੇ ਹੈ ਤਾਂ ਸਭ ਤੋਂ ਪਹਿਲਾ ਰਾਗ ਸ਼੍ਰੀ ਰਾਗ ਹੈ, ਅਤੇ ਸਭ ਤੋਂ ਜੋ ਅਖੀਰਲਾ ਰਾਗ ਹੈ ਉਹ ਪ੍ਰਭਾਤੀ ਰਾਗ ਹੈ। ਅਤੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕਰ ਦਿੱਤੀ, ਸਾਨੂੰ ਇਹ ਰਾਗ ਦੀ ਤਰਤੀਬ ਦੇ ਵਿੱਚ ਸਮਝਾ ਦਿੱਤਾ ਕਿ ਇਹ ਸਿੱਖਾ ਤੇਰਾ ਜੀਵਨ ਸ਼੍ਰੀ ਰਾਗ ਤੋਂ ਸ਼ੁਰੂ ਹੋਵੇ ਤਾਂ ਫਿਰ ਤੇਰੇ ਜੀਵਨ ਦੇ ਵਿੱਚ ਪ੍ਰਭਾਤ ਆ ਜਾਏਗੀ, ਚਾਨਣਾ ਆ ਜਾਏਗਾ। ਕਿਉਂਕਿ ਸ਼੍ਰੀ ਰਾਗ ਦਾ ਜੋ ਸਮਾਂ ਹੈ ਨਾ, ਸ਼੍ਰੀ ਰਾਗ ਦਾ, ਉਹ ਰਾਤਰੀ ਦੇ ਆਰੰਭ ਦਾ ਸਮਾਂ। ਸ਼੍ਰੀ ਰਾਗ ਦਾ ਜੋ ਸਮਾਂ ਹੈ ਉਹ ਸ਼ਾਮ ਦਾ, ਭਾਵ ਕਿ ਜਦੋਂ ਰਾਤ ਨੇ ਆਰੰਭ ਹੋਣਾ ਹੈ, ਰਾਤ ਆਰੰਭ ਹੋ ਰਹੀ ਹੈ, ਸ਼ਾਮ ਪੈ ਰਹੀ ਹੈ ਅਤੇ ਰਾਤ ਆਰੰਭ ਹੋ ਰਹੀ ਹੈ, ਉਹ ਸ਼੍ਰੀ ਰਾਗ ਦਾ ਸਮਾਂ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੈ ਸਿੱਖਾ ਤੇਰਾ ਜੀਵਨ ਸ਼੍ਰੀ ਰਾਗ ਤੋਂ ਸ਼ੁਰੂ ਹੋਵੇ ਅਤੇ ਤੇਰੇ ਜੀਵਨ ਦੇ ਵਿੱਚ ਪ੍ਰਭਾਤ ਆ ਜਾਵੇ, ਤੂੰ ਪ੍ਰਭਾਤੀ ਤੱਕ ਆਉਣਾ ਹੈ। ਅਤੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਪੋਥੀ ਪਰਮੇਸ਼ਰ ਕਾ ਥਾਨ ਇਸ ਪਵਿੱਤਰ ਬਾਣੀ ਨੂੰ, ਉਹਦੇ 'ਚ 9ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਇਹ ਸ਼ਾਮਲ ਕਰਕੇ, 9ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਅੰਕਿਤ ਕਰਕੇ, 9ਵੇਂ ਪਾਤਸ਼ਾਹ ਮਹਾਰਾਜ ਨੇ 14 ਰਾਗਾਂ ਦੇ ਵਿੱਚ ਜੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਸੀ ਉਹ ਉਹਨਾਂ ਰਾਗਾਂ ਦੇ ਵਿੱਚ ਲਿਖ ਦਿੱਤੀ। ਪਰ ਇੱਕ ਰਾਗ ਦੀ ਬਾਣੀ ਜੋ 15 ਰਾਗਾਂ ਵਿੱਚ ਬਾਣੀ ਹੈ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਜੈਜਾਵੰਤੀ ਰਾਗ, ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੈਜਾਵੰਤੀ ਰਾਗ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਣਾਈ ਹੋਈ ਤਰਤੀਬ ਨੂੰ ਨਹੀਂ ਛੇੜਿਆ। ਉਹਨਾਂ ਨੇ ਪ੍ਰਭਾਤੀ ਤੋਂ ਅੱਗੇ ਜੈਜਾਵੰਤੀ ਰਾਗ ਦੇ ਦਿੱਤਾ। ਅਤੇ ਜੈਜਾਵੰਤੀ ਰਾਗ ਦਾ ਭਾਵ ਕੀ ਹੈ? ਜੈਜਾਵੰਤੀ ਰਾਗ ਪੁਰਾਣੇ ਸਮਿਆਂ ਦੇ ਵਿੱਚ ਰਾਜਸਥਾਨ ਦੇ ਵਿੱਚ ਜਦੋਂ ਕੋਈ ਰਾਜਾ, ਜਦੋਂ ਕੋਈ ਰਾਜਕੁਮਾਰ ਜਿੱਤ ਕੇ ਆਉਂਦਾ ਸੀ, ਜਿੱਤ ਦੀ ਖੁਸ਼ੀ ਦੇ ਵਿੱਚ, ਫਤਿਹ ਦੀ ਖੁਸ਼ੀ ਦੇ ਵਿੱਚ ਜੈਜਾਵੰਤੀ ਰਾਗ ਗਾਇਆ ਜਾਂਦਾ ਸੀ। ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਦਰਸਾ ਦਿੱਤਾ ਕਿ ਇਹ ਭਾਈ ਗੁਰਸਿੱਖੋ, ਜੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਇਹ ਕਹਿ ਰਹੇ ਆ ਨਾ ਕਿ ਤੇਰਾ ਜੀਵਨ ਸ਼੍ਰੀ ਰਾਗ ਤੋਂ ਆਰੰਭ ਹੋਏ ਅਤੇ ਤੇਰੇ ਜੀਵਨ ਦੇ ਵਿੱਚ ਪ੍ਰਭਾਤ ਆ ਜਾਵੇ, ਤੇਰੇ ਜੀਵਨ ਦੇ ਵਿੱਚ ਚਾਨਣਾ ਆ ਜਾਵੇ, ਤੈਨੂੰ ਕੁਝ ਗਿਆਨ ਹੋ ਜਾਵੇ, ਅਤੇ ਜੇ ਤੇਰੇ ਜੀਵਨ ਦੇ ਵਿੱਚ ਚਾਨਣਾ ਆ ਗਿਆ, ਤੇਰੇ ਜੀਵਨ ਦੇ ਵਿੱਚ ਆਨੰਦ ਆ ਗਿਆ, ਤੈਨੂੰ ਗਿਆਨ ਆ ਗਿਆ, ਤਾਂ ਫਿਰ ਕੀ ਹੈ? ਫਿਰ ਤੇਰੇ ਜੀਵਨ ਦੀ ਫਤਿਹ ਹੈ। ਅਤੇ ਉਹ ਫਤਿਹ ਦਾ ਰਾਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਜਿੱਤ ਦਾ ਰਾਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਅਖੀਰ 'ਤੇ ਬਖਸ਼ਿਸ਼ ਕੀਤਾ ਹੈ। ਸੋ ਉਹੀ ਬਚਨ ਸਤਿਗੁਰੂ ਇੱਥੇ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ ਕਿ ਇਹ ਭਾਈ ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ, ਅਤੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜਨ ਦੇ ਨਾਲ ਸਾਡੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਹੈ। ਜਿੰਨੀ ਦੇਰ ਤੱਕ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਦੂਰ ਰਵਾਂਗੇ, ਜਿੰਨੀ ਦੇਰ ਤੱਕ ਇਹ ਮਨ ਪਵਿੱਤਰ ਨਹੀਂ ਹੁੰਦਾ, ਜਿੰਨੀ ਦੇਰ ਤੱਕ ਇਹ ਆਤਮਾ ਨਿਰਮਲ ਨਹੀਂ ਹੁੰਦੀ, ਭਾਵੇਂ ਸਾਡੇ ਕੋਲ ਸੰਸਾਰਿਕ ਕਿੰਨੀ ਵੀ ਦੌਲਤ ਹੋਵੇ,
ਸੰਸਾਰੀ ਪੈਸਾ ਕਿੰਨਾ ਵੀ ਆ ਜਾਵੇ, ਸੰਸਾਰੀ ਸਹੂਲਤਾਂ ਕਿੰਨੀਆਂ ਵੀ ਆ ਜਾਣ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਜੀਵਨ ਦੇ ਵਿੱਚ ਸੁੱਖ ਨਹੀਂ ਹੈ। ਕਿਉਂਕਿ ਸਭ ਸੁੱਖ ਦਾਤਾ ਰਾਮ ਹੈ। ਸਾਰੇ ਸੁੱਖਾਂ ਦਾ ਦਾਤਾ ਉਹ ਮਾਲਕ ਵਾਹਿਗੁਰੂ ਪ੍ਰਭੂ ਪਰਮਾਤਮਾ, ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕਿ ਸ਼ਰਨੀ ਪਾਈ ਹੈ। ਸਾਰੇ ਸੁੱਖ ਗੁਰੂ ਦੀ ਸ਼ਰਨ ਦੇ ਵਿੱਚ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਅਨੇਕਾਂ ਉਦਾਹਰਨਾਂ ਦੇ ਕੇ ਜਿੱਥੇ ਸਾਨੂੰ 12 ਮਾਹ ਦੇ ਵਿੱਚ ਸਮਝਾਇਆ ਹੈ, ਉੱਥੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰ ਰਹੇ ਹੈ। 12 ਮਾਹਾਂ 12 ਮਹੀਨੇ ਹੈ ਅਤੇ 12 ਮਹੀਨਿਆਂ ਦਾ ਇੱਕ ਇੱਕ ਅੰਗ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਚੇਤ ਦਾ ਮਹੀਨਾ ਪਹਿਲਾਂ ਆਰੰਭ ਕਰਨ ਤੋਂ ਪਹਿਲਾਂ ਇੱਕ ਅੰਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਅਤੇ ਉਹ ਦੱਸਣ ਵਾਸਤੇ ਕਿ ਸਾਡਾ ਜੀਵਨ ਮਨੋਰਥ ਕੀ ਹੈ। ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਅਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ 12 ਉਦਾਹਰਨਾਂ ਦੇ ਕੇ ਸਾਨੂੰ ਸਮਝਾ ਦਿੱਤਾ ਕਿ ਇਹ ਭਾਈ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਆਏਗੀ, ਤੁਹਾਡਾ ਜੀਵਨ ਬਦਲ ਜਾਏਗਾ, ਤੁਹਾਡਾ ਜੀਵਨ ਚੰਗੇਰਾ ਹੋ ਜਾਏਗਾ, ਤੁਹਾਡਾ ਜੀਵਨ ਸੁਹੇਲਾ ਹੋ ਜਾਏਗਾ। ਅਤੇ ਜਦੋਂ ਜੀਵਨ ਸੁਹੇਲਾ ਹੋ ਜਾਂਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ 14ਵੇਂ ਅੰਕ ਦੇ ਵਿੱਚ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ ਕਿ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਫਿਰ ਜਿਨ੍ਹਾਂ ਜੀਵਾਂ ਨੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਬਚਨ ਮੰਨੇ ਹੈ ਅਤੇ 12 ਮਹੀਨਿਆਂ ਦੇ ਵਿੱਚੋਂ 12 ਗੁਣਾਂ ਨੂੰ ਉਹਨੇ ਗ੍ਰਹਿਣ ਕਰ ਲਿਆ ਹੈ ਅਤੇ ਉਹ ਤੱਤ ਵਾਲੀ ਗੱਲ ਉਹਨੇ ਪਕੜ ਲਈ ਹੈ। ਤੱਤ ਵਾਲੀ ਗੱਲ ਕੀ ਹੈ? ਨਾਮ। ਅਤੇ ਨਾਮ ਵਾਲੀ ਗੱਲ ਜਦੋਂ ਸਿੱਖ ਨੇ, ਸੇਵਕ ਨੇ, ਜਿਗਿਆਸੂ ਨੇ ਪਕੜ ਲਈ ਹੈ, ਉਹਨੇ ਆਪਣੇ ਜੀਵਨ ਦੇ ਵਿੱਚ ਨਾਮ ਧਿਆਉਣਾ ਆਰੰਭ ਕਰ ਦਿੱਤਾ ਹੈ। ਹੁਣ ਨਾਮ ਧਿਆਉਣਾ, ਨਾਮ ਅਰਾਧਨਾ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਸਿਫਤੋ ਸਲਾਹ ਕਰਨੀ, ਗਾਉਣਾ, ਅਨੇਕਾਂ ਸ਼ਬਦ ਹੈ ਜੋ ਪਰੈਵਾਚੀ ਹੈ। ਸੇਵਨਾ, ਅਰਾਧਨਾ, ਗਾਉਣਾ, ਧਿਆਉਣਾ, ਇਹ ਅਨੇਕਾਂ, ਇਹ ਸਾਰੇ ਪਰਾਇਵਾਚੀ ਸ਼ਬਦ ਹੈ। ਉਪਾਸਨਾ, ਇਹ ਅਨੇਕਾਂ ਤਰ੍ਹਾਂ ਦੇ ਜੋ ਪਰਾਇਵਾਚੀ ਸ਼ਬਦ ਹੈ, ਪਰ ਮੁੱਖ ਭਾਵ ਇੱਕੋ ਆਏਗਾ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਜਪਣ ਦੀ ਗੱਲ। ਸੋ ਸਤਿਗੁਰੂ ਜੀ ਰਹਿਮਤ ਕਰਦੇ ਆ ਕਿ ਇਹ ਭਾਈ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨ ਲਿਆ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚ ਧਾਰਨ ਕਰ ਲਿਆ, ਰੱਬੀ ਗੁਣਾਂ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਰਜ ਸਰੇ। ਹੇ ਭਾਈ ਉਹਨਾਂ ਦੇ ਕਾਰਜ ਰਾਸ ਹੋ ਗਏ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਨਾਮ ਨੂੰ ਕਮਾਇਆ ਹੈ, ਨਾਮ ਨੂੰ ਧਿਆਇਆ ਹੈ, ਨਾਮ ਨੂੰ ਆਪਣੇ ਜੀਵਨ ਦੇ ਵਿੱਚ ਜਿਨ੍ਹਾਂ ਨੇ ਵਸਾ ਲਿਆ ਹੈ। ਅਤੇ ਫਿਰ ਜਿਨ੍ਹਾਂ ਨੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ ਹੈ, ਲੋਕ ਸੁਖੀਏ ਪਰਲੋਕ ਸੁਹੇਲੇ, ਉਹਨਾਂ ਦਾ ਲੋਕ ਵੀ ਸੁਹੇਲਾ ਅਤੇ ਪਰਲੋਕ ਵੀ। ਕਿਉਂਕਿ ਗੁਰੂ ਰਹਿਮਤ ਕਰਦਾ ਹੈ, ਦੋਵੇਂ ਥਾਮ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਪੂਰੇ ਗੁਰੂ ਦੇ ਰਾਹੀਂ ਆਰਾਧ ਲਿਆ, ਉਹ ਦਰਗਾਹ ਦੇ ਵਿੱਚ ਖਰੇ ਹੈ, ਉਹ ਦਰਗਾਹ ਦੇ ਵਿੱਚ ਸੱਚੇ ਹੈ। ਕਿਉਂਕਿ ਦਰਗਾਹ ਦੇ ਵਿੱਚ ਜੋ ਲੇਖਾ ਦੇਣਾ ਹੈ ਨਾ, ਉਹ ਕਿਵੇਂ ਦਿੱਤਾ ਜਾਂਦਾ ਹੈ? ਸੱਚੇ ਮਨ ਦੇ ਨਾਲ, ਜਾਂ ਕਿ ਦਿਲ ਸਾਬਤ ਨਹੀਂ। ਹੁਣ ਜੇ ਦਿਲ ਹੀ ਸਾਬਤ ਨਹੀਂ ਹੈ, ਉਹ ਲੇਖਾ ਕਿਵੇਂ ਦੇਗਾ? ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ ਹੈ। ਅਤੇ ਅੱਗੇ ਸਤਿਗੁਰੂ ਜੀ ਰਹਿਮਤ ਕਰਦੇ ਹੈ, ਸਰਬ ਸੁਖਾਨ ਦੇ ਚਰਨ ਹਰ ਭਵ ਜਲ ਬਿਖਮ ਤਰੇ। ਕਿ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਚਰਨ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਇੰਨਾ ਬੇਅੰਤ ਹੈ ਕਿ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਇਹ ਜੋ ਸੰਸਾਰ ਸਾਗਰ ਹੈ ਨਾ, ਇਹ ਬਿਖਮ ਭਉਜਲ ਹੈ, ਇਸ ਤੋਂ ਪਾਰ ਉਤਾਰਾ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਹੋ ਸਕਦਾ ਹੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਹੁਣ ਚਰਨ ਕੀ ਹੈ? ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਚਰਨ ਨਾਮ, ਗੁਰੂ ਦੇ ਚਰਨ ਸ਼ਬਦ ਵਿੱਚ ਆਉਂਦੇ ਹੈ। ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਭਾਲ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ ਕਿ ਹੇ ਭਾਈ, ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਜੋ ਨਾਮ ਦਾ ਜੋ ਖਜ਼ਾਨਾ ਹੈ ਨਾ, ਸਾਰੇ ਸੁੱਖ ਬਖਸ਼ਿਸ਼ ਕਰਨ ਵਾਲਾ, ਉਹ ਜੀਵਨ ਤੋਂ, ਉਹ ਨਾਮ ਜਪ ਕੇ ਹੀ ਜੀਵਨ ਤੋਂ ਪਾਰ ਉਤਾਰਾ ਹੋ ਸਕਦਾ ਹੈ। ਪ੍ਰੇਮ ਭਗਤਨ ਪਾਈਆ ਵਿਖਿਆ ਨਾਹੇ ਜਰੇ। ਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਆਪਣੇ ਮਨ ਵਿੱਚ ਵਸਾ ਲਈ ਹੈ,
ਜਿਨ੍ਹਾਂ ਨੇ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ। ਕਿਉਂਕਿ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਬਹੁਤ ਵਾਰੀ ਪ੍ਰੇਮੀ ਗੁਰਸਿੱਖ ਬੜਾ ਵੱਡਾ ਨੇਮ ਕਰ ਲੈਂਦੇ ਹੈ, ਪਰ ਉਹ ਨੇਮ ਨੂੰ ਪੁਗਾਉਣ ਲੱਗਿਆਂ ਉਹਨਾਂ ਨੂੰ ਬੋਝ ਲੱਗਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ, ਹੇ ਭਾਈ ਨਹੀਂ, ਪ੍ਰੇਮਾ ਭਗਤੀ ਦੇ ਨਾਲ ਜਿੰਨੇ ਸ਼ਾਂਤ ਮਨ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਜਾਵੇ, ਜਿੰਨੇ ਸਹਿਜ ਦੇ ਨਾਲ ਬਾਣੀ ਪੜ੍ਹੀ ਜਾਵੇ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰ ਰਹੇ ਹੈ ਕਿ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਇਹ ਮਾਇਆ ਵਾਲੀ ਜੋ ਜ਼ਹਿਰ ਹੈ ਉਹ ਨਹੀਂ ਰਹਿੰਦੀ, ਅਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਝੂਠ ਚਲਾ ਜਾਂਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚੋਂ ਦੁਬਿਧਾਪਣ ਚਲੀ ਜਾਂਦੀ ਹੈ, ਅਤੇ ਉਹਨਾਂ ਦਾ ਜੀਵਨ ਸੱਚ ਦੇ ਨਾਲ ਭਰ ਜਾਂਦਾ ਹੈ। ਸਤਿਗੁਰੂ ਜੀ ਰਹਿਮਤ ਕਰਦੇ ਹੈ, ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ। ਉਹਨਾਂ ਦੇ ਜੀਵਨ ਦੇ ਵਿੱਚੋਂ ਇਹ ਕੂੜ ਚਲਾ ਜਾਂਦਾ ਹੈ, ਦੁਬਿਧਾ ਚਲੀ ਜਾਂਦੀ ਹੈ, ਸਿਰਫ ਸੱਚ ਹੀ ਸੱਚ ਜੀਵਨ ਦੇ ਵਿੱਚ ਰਹਿ ਜਾਂਦਾ ਹੈ। ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ। ਇਹੋ ਜਿਹੇ ਜੀਵਨ ਵਾਲੇ ਫਿਰ ਇੱਕੋ ਨਾਮ ਤੋਂ ਬਿਨਾਂ ਉਹਨਾਂ ਨੂੰ ਕੋਈ ਲਾਲਸਾ ਨਹੀਂ ਹੈ। ਕਾਂਖੀ ਏਕੈ ਦਰਸ ਤੁਹਾਰੋ, ਇਹੋ ਇੱਕੋ ਲਾਲਸਾ ਉਹਨਾਂ ਦੇ ਮਨ ਵਿੱਚ ਰਹਿੰਦੀ ਹੈ। ਮਹਾਨ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਕਿਹੇ ਭਾਈ ਕੋਈ ਦਿਨ ਚੰਗਾ ਨਹੀਂ ਹੈ, ਕੋਈ ਦਿਨ ਆਪਣੇ ਆਪ 'ਚ ਮਾੜਾ ਨਹੀਂ ਹੈ। ਉਹ ਦਿਨ ਚੰਗਾ ਹੈ ਜਦੋਂ ਅਸੀਂ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਯਾਦ ਕਰੀਏ। ਸਭੇ ਰੁਤੀ ਚੰਗੀਆਂ ਜਿਤ ਸੱਚੇ ਸੁਣਿਓ, ਜਾਂ ਜਿਸ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਜਦੋਂ ਮਾਲਕ ਨੂੰ ਵਿਸਾਰ ਦੇਈਏ ਉਹ ਦਿਨ ਚੰਗਾ ਨਹੀਂ ਹੈ, ਉਹ ਰੁੱਤ ਚੰਗੀ ਨਹੀਂ ਹੈ। ਜਦੋਂ ਮਾਲਕ ਨੂੰ ਯਾਦ ਕਰਦੇ ਹਾਂ ਉਹ ਰੁੱਤ ਵੀ ਚੰਗੀ ਹੈ, ਉਹ ਦਿਨ ਵੀ ਚੰਗਾ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ, ਭਾਈ ਇਹ ਚੰਗੇ ਮਾੜੇ ਦਿਨਾਂ ਦੇ ਵਿਚਾਰ ਵਿੱਚ ਨਹੀਂ ਪੈਣਾ। ਸਾਰੇ ਦਿਨ ਉਸ ਮਾਲਕ ਨੇ ਬਣਾਏ ਹੈ, ਅਤੇ ਉਹ ਮਾਲਕ ਜਦੋਂ ਕਿਰਪਾ ਕਰਦਾ ਹੈ ਉਹ ਸਮਾਂ ਚੰਗਾ ਹੈ। ਜਿਹੜੇ ਸਮੇਂ 'ਤੇ ਮਾਲਕ ਦੀ ਕਿਰਪਾ ਹੋ ਜਾਵੇ, ਜਿਹੜੇ ਸਮੇਂ 'ਤੇ ਗੁਰੂ ਦੀ ਕਿਰਪਾ ਹੋ ਜਾਵੇ, ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਉਹ ਸਮਾਂ ਚੰਗਾ ਹੈ। ਅਤੇ ਅਖੀਰ 'ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੰਜਵੇਂ ਸਰੂਪ ਦੇ ਵਿੱਚ ਬਚਨ ਕਰ ਰਹੇ ਹੈ ਕਿ ਹੇ ਭਾਈ, ਹੇ ਵਾਹਿਗੁਰੂ ਪ੍ਰਭੂ ਪਰਮਾਤਮਾ ਕਿਰਪਾ ਕਰੋ, ਆਪਣੇ ਨਾਮ ਦਾਨ ਦੀ ਦਾਤ ਬਖਸ਼ੋ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਕਿ ਹੇ ਵਾਹਿਗੁਰੂ, ਹੇ ਪ੍ਰਭੂ ਪਰਮਾਤਮਾ ਆਪਣੇ ਨਾਮ ਦੀ ਦਾਤ ਦੇ ਦੇਵੋ। ਜੇ ਬਚਨ ਹੁੰਦਾ ਨਾ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਕਿ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੇ ਨਾਲ ਮਿਲ ਕੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਾਨੂੰ ਵੀ ਸਮਝ ਆ ਜਾਵੇ, ਅਸੀਂ ਵੀ ਬਾਣੀ ਦਾ ਸਤਿਕਾਰ ਕਰੀਏ ਅਤੇ ਯਤਨ ਕਰੀਏ ਸਿੱਖ ਬਣਨ ਦਾ, ਕਿ ਅਸੀਂ ਆਪਣੇ ਫਰਜ਼ ਨੂੰ ਨਿਭਾਉਣ ਦਾ ਯਤਨ ਕਰੀਏ। ਕਿ ਸਾਡਾ ਫਰਜ਼ ਕੀ ਹੈ? ਜੇ ਅਸੀਂ ਸਿੱਖ ਹਾਂ ਤਾਂ ਬਾਣੀ ਨੂੰ ਸੰਭਾਲਣਾ, ਬਾਣੀ ਦਾ ਸਤਿਕਾਰ ਕਰਨਾ, ਬਾਣੀ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣ ਜਾਂਦਾ ਹੈ, ਸਾਡਾ ਫਰਜ਼ ਹੈ। ਅਤੇ ਜੇ ਅਸੀਂ ਅਵੇਸਲਾਪਣ ਕਰਾਂਗੇ ਤਾਂ ਫਿਰ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਕਿਵੇਂ ਆਉਣਗੀਆਂ? ਹਰ ਮਨੁੱਖ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ, ਅਤੇ ਹਰ ਮਨੁੱਖ ਨੂੰ ਆਪੋ ਆਪਣੇ ਅਧਿਕਾਰ ਖੇਤਰ ਮੁਤਾਬਕ ਆਪਣੇ ਫਰਜ਼ ਦੀ ਪਹਿਚਾਣ ਜ਼ਰੂਰੀ ਹੈ। ਅਸਲ 'ਚ ਧਰਮ ਦਾ ਵੀ ਅਰਥ ਇਹੋ ਹੈ। ਮੈਂ 1 ਮਿੰਟ ਵੱਧ ਲੈ ਗਿਆ। ਧਰਮ ਦਾ ਵੀ ਭਾਵ ਇਹੀ ਹੈ। ਇੱਕ ਧਰਮ ਦਾ ਅਰਥ ਹੈ ਜਪ ਤਪ ਕਰਨਾ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ, ਅਤੇ ਦੂਜਾ ਧਰਮ ਦਾ ਅਰਥ ਕੀ ਹੈ? ਫਰਜ਼। ਸੋ ਅਸੀਂ ਆਪਣੇ ਫਰਜ਼ ਤੋਂ ਅਵੇਸਲੇ ਨਹੀਂ ਹੋਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਕਿਰਪਾ ਕਰਨ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਦਾਤਾ ਬਖਸ਼ਣਯੋਗ ਬਖਸ਼ ਲੈਣਾ। ਵਿਸਰ ਨਾਹੀਂ ਦਾਤਾ